ਸੰਸਾਰ ਦੇ ਵੈਸੇ ਤਾਂ 4000 ਧਰਮ ਨੇ, ਮਜ਼ਹਬ ਨੇ। ਉਹਨਾਂ ਦੇ ਵਿੱਚੋਂ ਜਿਹੜੇ ਪ੍ਰਮੁੱਖ ਹੈ, ਸਭ ਤੋਂ ਜ਼ਿਆਦਾ ਗਿਣਤੀ ਵਾਲਾ ਹਾਲੇ ਵੀ ਕ੍ਰਿਸਚੀਅਨਿਟੀ ਨੂੰ, ਈਸਾਈ ਮਤ ਨੂੰ ਲਾਇਆ ਜਾਂਦਾ। ਦੂਜੇ ਨੰਬਰ 'ਤੇ ਇਸਲਾਮ ਹੈ ਅਤੇ ਤੀਜੇ ਨੰਬਰ 'ਤੇ ਹੁਣ ਗਿਣਤੀ ਹੋ ਗਈ ਹੈ ਜਿਹੜੇ ਕਿਸੇ ਮਜ਼ਹਬ ਧਰਮ ਨੂੰ ਨਹੀਂ ਮੰਨਦੇ। ਜਿਹੜੇ ਮਜ਼ਹਬ ਧਰਮ ਹੈ ਉਹਨਾਂ ਨੂੰ ਜੇ ਅਸੀਂ 7000 ਸਾਲ ਵੀ ਲਾਈਏ ਅਤੇ 7000 ਸਾਲਾਂ ਦੇ ਵਿੱਚ ਮਜ਼ਹਬਾਂ ਧਰਮਾਂ ਨੇ ਸਾਨੂੰ ਇਹਦੇ ਬਾਰੇ ਕੁਛ ਨਹੀਂ ਦਿੱਤਾ। ਸਾਨੂੰ ਭੰਬਲ ਭੂਸੇ ਦੇ ਵਿੱਚ ਹੀ ਪਾਇਆ। ਰੱਬ ਹੈਗਾ ਜੀ, ਕਿੱਥੇ ਆ, ਇਹੋ ਜਿਹਾ ਹੈਗਾ, ਉਹਦੀ ਕੀ ਡੈਫੀਨੇਸ਼ਨ ਹੈ, ਇਹ ਕੋਈ ਨਹੀਂ ਦਿੱਤੇ ਕਿਸੇ ਮਜ਼ਹਬ ਧਰਮ ਦੇ ਵਿੱਚ ਸਾਨੂੰ ਨਹੀਂ ਮਿਲਦੀ। ਪਰਮਾਤਮਾ ਆਤਮਾ ਕੀ ਹੁੰਦੀ ਹੈ, ਪਰਮਾਤਮਾ ਕੀ ਹੁੰਦਾ ਹੈ, ਉਹਦਾ ਕੀ ਵਜੂਦ ਹੈ, ਉਹਨੂੰ ਆਪਾਂ ਕਿਵੇਂ ਮਹਿਸੂਸ ਕਰ ਸਕਦੇ ਹਾਂ ਜਾਂ ਕੁਛ, ਇਹਦੇ ਬਾਰੇ ਕੁਛ ਨਹੀਂ ਕੀਤਾ। ਮਜ਼ਹਬਾਂ ਧਰਮਾਂ ਨੇ ਜਿਹੜੇ ਆਪਣੇ ਸ਼ਾਸਤਰ ਹੈਗੇ, ਆਪਣੇ ਧਾਰਮਿਕ ਗ੍ਰੰਥ, ਉਹ ਤਾਂ ਬਹੁਤ ਬਣਾਏ ਹੋਏ, ਪਰ ਕਿਸੇ ਵੀ ਗ੍ਰੰਥ ਦੇ ਵਿੱਚ ਰੱਬ ਬਾਰੇ, ਆਤਮਾ ਬਾਰੇ, ਪਰਮਾਤਮਾ ਬਾਰੇ, ਪਰਲੋਕ ਬਾਰੇ, ਦੇਵੀ ਦੇਵਤਿਆਂ ਬਾਰੇ ਕੋਈ ਵੀ ਇੱਕ ਜਿਹਨੂੰ ਅਸੀਂ ਸਮਝ ਲਈਏ ਅੱਜ ਦੇ ਵਿਗਿਆਨ ਦੇ ਯੁੱਗ ਦੇ ਵਿੱਚ ਆਪਾਂ ਇਹ ਕਹੀਏ ਵੀ ਸਾਡੀ ਤਸੱਲੀ ਹੋ ਜਾਏ ਵੀ ਉਹ ਕਿਹੋ ਜਿਹੇ ਹੈਗੇ ਆ ਜਾਂ ਉਹਨਾਂ ਦੇ ਬਾਰੇ ਕੀ ਜਾਣਕਾਰੀ ਹੈ, ਉਹ ਸਾਨੂੰ ਨਹੀਂ ਮਿਲਦੀ। ਭਾਰਤ ਦੇ ਵਿੱਚ ਵੀ ਜਿਹੜਾ ਅਸੀਂ ਲਾ ਲਈਏ, ਭਾਰਤ ਪਾਕਿਸਤਾਨ ਵੀ ਉਹਦਾ ਹਿੱਸਾ ਸੀ, ਬੰਗਲਾਦੇਸ਼ ਵੀ ਉਹਦਾ ਹਿੱਸਾ ਸੀ, ਸਾਰੇ ਇਹਦੇ 'ਚ ਜਿੰਨਾ ਮਜ਼ਹਬਾਂ ਧਰਮਾਂ ਦਾ ਗਲਬਾ ਸੀ ਅੱਜ ਤੋਂ 50 ਸਾਲ ਪਹਿਲਾਂ, ਅੱਜ ਉਹ ਨਹੀਂ ਹੈਗਾ। ਜਿਵੇਂ ਅਸੀਂ ਯੂਰਪ ਦਾ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੇ ਚਰਚ ਬੰਦ ਹੋ ਰਹੇ ਨੇ, ਉੱਥੇ ਜਿਹੜੀ ਹੈ ਸਾਇੰਸ ਦੀ ਤਰੱਕੀ ਪਹਿਲਾਂ ਆ ਗਈ ਹੈ, ਉਹਦਾ ਐਪਲੀਕੇਸ਼ਨ ਵੀ ਪਹਿਲਾਂ ਆ ਗਈ ਹੈ, ਉਹਦਾ ਫਾਇਦਾ ਵੀ ਉਹ ਦੇਸ਼ ਉਠਾ ਰਹੇ। ਅਸੀਂ ਉਹਨਾਂ ਨੇ ਇਹਨਾਂ ਸਾਇੰਸ ਦਾ ਫਾਇਦਾ ਉਠਾ ਕੇ ਆਪਣੀ ਤਰੱਕੀ ਕਰ ਲਈ ਹੈ ਅਤੇ ਅਸੀਂ ਮਜ਼ਹਬਾਂ ਧਰਮਾਂ ਵਾਲੇ ਦੇਸ਼ਾਂ ਵਿੱਚੋਂ ਅਸੀਂ ਪੈਸੇ ਖਰਚ ਕੇ ਉੱਧਰ ਨੂੰ ਭੱਜੇ ਹੋਏ ਹਾਂ। ਅਸੀਂ ਇਹ ਨਹੀਂ ਸੋਚ ਰਹੇ ਹਾਲੇ ਵੀ ਇਹਨਾਂ ਮਜ਼ਹਬਾਂ ਧਰਮਾਂ ਨੇ ਸਾਨੂੰ ਬੈਕਵਰਡ ਰੱਖਿਆ, ਸਾਨੂੰ ਪਿਛਾਂਹ ਖਿੱਚ ਕੇ ਰੱਖਿਆ। ਉਹਨਾਂ ਨੇ ਪਹਿਲਾਂ ਛੱਡ ਤੇ, ਉਹਨਾਂ ਨੇ ਸਾਇੰਸ ਦਾ ਲੜ ਪਹਿਲਾਂ ਫੜ ਲਿਆ, ਉਹ ਤਰੱਕੀ ਕਰ ਗਏ। ਇਹ ਬਹੁਤ ਵੱਡਾ ਸਵਾਲ ਆਏਗਾ ਵੀ ਜੇ ਗੁਰਬਾਣੀ ਵਿੱਚ ਸ਼ਬਦ ਆ ਰਹੇ ਨੇ, ਰੱਬ ਵਾਲਾ ਸ਼ਬਦ ਆ ਰਿਹਾ, ਅੱਲਾ ਦਾ ਆ ਰਿਹਾ, ਰਾਮ ਦਾ ਆ ਰਿਹਾ, ਬਾਕੀ ਆ ਰਹੇ ਨੇ, ਫਿਰ ਉਹ ਕਿਹਦੇ ਵਾਸਤੇ ਵਰਤ ਰਹੇ? ਬਹੁਤ ਵੱਡਾ ਸਵਾਲ ਹੈ ਸਿੱਖ ਧਰਮ ਦੇ ਮੰਨਣ ਵਾਲਿਆਂ ਵਾਸਤੇ ਅਤੇ ਦੂਜੇ ਲੋਕਾਂ ਵਾਸਤੇ। ਕਿਉਂਕਿ ਇਹ ਕੰਟਰੋਵਰਸੀ ਦਾ ਜਿਹੜਾ ਵਿਵਾਦ ਦਾ ਵਿਸ਼ਾ ਹੈਗਾ ਕਿ ਗੁਰੂ ਨਾਨਕ ਸਾਹਿਬ ਨੇ ਮਜ਼ਹਬ ਧਰਮ ਚਲਾਇਆ ਸੀ ਕਿ ਨਹੀਂ ਚਲਾਇਆ ਸੀ। ਜਿੱਦਾਂ ਹੁਣ ਮੈਂ ਸਾਬਤ ਕਰਨਾ ਤਾਂ ਮੈਂ ਕਹੂੰਗਾ ਵੀ ਗੁਰੂ ਨਾਨਕ ਸਾਹਿਬ ਨੇ ਕੋਈ ਮਜ਼ਹਬ ਧਰਮ ਨਹੀਂ ਚਲਾਇਆ। ਪਹਿਲਾਂ ਜਿਹੜੇ ਦੇਵੀ ਦੇਵਤੇ ਸੀ ਉਹਨਾਂ ਦਾ ਖਿਆਲ ਇਹ ਕੀਤਾ ਗਿਆ ਕਿ ਉਹ ਇੱਥੇ ਧਰਤੀ ਦੇ ਉੱਤੇ ਕਿਤੇ ਦੂਰ ਦੁਰਾਡੇ ਜਗ੍ਹਾ 'ਤੇ ਜਾਂ ਪਹਾੜਾਂ ਦੇ ਉੱਤੇ ਜਾਂ ਦੂਰ ਸਮੁੰਦਰ ਤੋਂ ਕਿਤੇ ਰਹਿੰਦੇ ਨੇ ਉਹ। ਪਰ ਜਦੋਂ ਇਹ ਰੱਬ ਦਾ ਕਨਸੈਪਟ ਆਇਆ ਨਾ, ਸੰਕਲਪ ਆਇਆ, ਉਦੋਂ ਨਾਲ ਹੀ ਇਹ ਸੰਕਲਪ ਬਣਾ ਲਿਆ ਕਿ ਜੇ ਰੱਬ ਅਤੇ ਦੇਵੀ ਦੇਵਤੇ ਕਿਸੇ ਪਰਲੋਕ ਵਿੱਚ ਰਹਿੰਦੇ ਆ। ਇਹ ਜਿਹੜੀ ਧਰਤੀ ਜਾਂ ਜਿਹੜੀ ਦੁਨੀਆ ਜਿਹੜੀ ਸਾਡੇ ਸਾਹਮਣੇ ਆ ਨਾ, ਇਹਦੇ 'ਚ ਨਹੀਂ ਰਹਿੰਦੇ ਕਿਤੇ, ਇਹ ਕੋਈ ਹੋਰ ਦੁਨੀਆ ਹੈਗੀ ਹੈ। ਜਿਵੇਂ ਆਪਾਂ ਰੱਬ ਦੀ ਗੱਲ ਵੀ ਕੀਤੀ, ਜ਼ਿੰਦਗੀ ਦੀ ਗੱਲ ਵੀ ਕੀਤੀ, ਇਹਨਾਂ ਸਾਰੀਆਂ ਚੀਜ਼ਾਂ ਨਾਲ ਜੁੜੀ ਮੌਤ ਵੀ ਹੈ। ਇਹ ਮੌਤ ਬਾਰੇ ਵੀ ਇਹ ਭੰਬਲ ਭੂਸਾ ਕਿ ਮਰ ਕੇ ਬੰਦਾ ਕਿੱਥੇ ਜਾਂਦਾ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ, ਮੈਂ ਮਨਦੀਪ। ਪੂਰੀ ਦੁਨੀਆ ਦੇ ਵਿੱਚ ਵੱਡੇ ਰੌਲਿਆਂ ਦੇ ਵਿੱਚੋਂ ਇੱਕ ਵੱਡਾ ਰੌਲਾ ਹੈ ਰੱਬ ਦਾ। ਕੁਝ ਲੋਕ ਕਹਿੰਦੇ ਆ ਰੱਬ ਹੈ, ਕੁਝ ਕਹਿੰਦੇ ਆ ਰੱਬ ਨਹੀਂ ਹੈ। ਇਹ ਐਡਾ ਵੱਡਾ ਰੌਲਾ, ਜੇਕਰ ਕੋਈ ਰੱਬ ਨੂੰ ਨਾ ਮੰਨਣ ਵਾਲਾ ਕਿਸੇ ਰੱਬ ਨੂੰ ਮੰਨਣ ਵਾਲੇ ਦੇ ਕੋਲੇ ਜਾ ਕੇ ਕਹਿ ਦੇ ਰੱਬ ਨਹੀਂ ਹੈ, ਤਾਂ ਗੱਲ ਕਤਲਾਂ ਤੱਕ ਪਹੁੰਚ ਜਾਂਦੀ ਆ। ਤਾਂ ਬਹੁਤ ਸਾਰੇ ਇੱਦਾਂ ਦੇ ਵੀ ਆ ਜਿਹੜੇ ਰੱਬ ਨੂੰ ਨਹੀਂ ਮੰਨਦੇ, ਘੱਟ ਉਹ ਵੀ ਨਹੀਂ ਕਰਦੇ। ਤਾਂ ਇਹ ਇੱਕ ਕਹਿ ਲਈਏ ਭੰਬਲ ਭੂਸਾ, ਕਿਸੇ ਨੂੰ ਕਲੀਅਰਟੀ ਨਹੀਂ ਰੱਬ ਹੈ ਜਾਂ ਨਹੀਂ ਹੈ। ਪਰ ਬਹੁਤ ਸਾਰੀਆਂ ਵਿਚਾਰਧਾਰਾਵਾਂ, ਬਹੁਤ ਸਾਰੀਆਂ ਸਟੱਡੀ ਇੱਥੇ ਹੋਈਆਂ, ਤਾਂ ਲੋਕ ਆਪੋ ਆਪਣਾ ਪੱਖ ਰੱਖ ਰਹੇ ਨੇ। ਤਾਂ ਅੱਜ ਆਪਾਂ ਗੱਲਬਾਤ ਕਰਾਂਗੇ ਇਸੇ ਵਿਸ਼ੇ 'ਤੇ, ਰੱਬ ਹੈ ਨਹੀਂ ਹੈ, ਪੂਰੀਆਂ ਬਰੀਕੀਆਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਅੱਜ ਇਸ ਮੁਲਾਕਾਤ ਦੇ ਵਿੱਚ ਇਕਬਾਲ ਢਿੱਲੋਂ ਜੀ ਰਹਿਣਗੇ, ਜਿਹੜੇ ਕਿ ਵੱਖ-ਵੱਖ ਵਿਸ਼ਿਆਂ 'ਤੇ ਲਿਖਦੇ ਰਹਿੰਦੇ ਨੇ, ਖਾਸ ਕਰਕੇ ਮਾਨਵਤਾਵਾਦ 'ਤੇ। ਤਾਂ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਜੀ ਕਿ ਰੱਬ ਦੇ ਨਾਂ 'ਤੇ ਵੱਡਾ ਭੰਬਲ ਭੂਸਾ, ਕੁਛ ਲੋਕ ਕਹਿੰਦੇ ਆ ਰੱਬ ਹੈ, ਕੁਛ ਕਹਿੰਦੇ ਨਹੀਂ ਹੈ। ਤਾਂ ਗੱਲ ਆਪਾਂ ਕਿੱਥੋਂ ਸ਼ੁਰੂ ਕਰੀਏ? ਇਹ ਰੱਬ ਮਨੁੱਖ ਨੇ ਬਣਾਇਆ ਜਾਂ ਰੱਬ ਨੇ ਮਨੁੱਖ ਨੂੰ ਬਣਾਇਆ, ਕਿਵੇਂ ਲੱਗਦਾ? ਇਹ ਵਾਕਿਆ ਜੋ ਤੁਸੀਂ ਦੱਸਿਆ ਹੈ ਨਾ, ਇਹਦੇ ਬਾਰੇ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀਗਾ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਜਿਉਂ ਇਸ ਦੇ ਪੇਚ ਖੋਲ੍ਹੀਏ ਕਾਫਰ ਹੋ ਜਾਏ ਬੰਦਾ। ਤੋ ਇਹ ਜਿਹੜਾ ਅਸਲ ਦੇ ਵਿੱਚ ਰੱਬ ਦਾ ਜਿਹੜਾ ਮੁੱਦਾ ਹੈ ਜਾਂ ਰੱਬ ਦਾ ਇੱਕ ਸੰਕਲਪ ਹੈ, ਇਹਦਾ ਇਤਿਹਾਸ 7000 ਸਾਲ ਪੁਰਾਣਾ ਹੈ। 7000 ਸਾਲ ਪਹਿਲਾਂ ਸੰਸਾਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅਰਧ ਸੱਭਿਅਤਾ, ਸੈਮੀ ਸਿਵਿਲਾਈਜੇਸ਼ਨ ਉਹ ਸ਼ੁਰੂ ਹੋਈ ਹੈ। ਉਦੋਂ ਖੇਤੀ ਤਾਂ ਆ ਚੁੱਕੀ ਸੀ, ਪਰ ਹਾਲੇ ਮਨੁੱਖੀ ਸਮਾਜ ਦਾ ਵਿਕਾਸ ਬਹੁਤਾ ਜ਼ਿਆਦਾ ਨਹੀਂ ਸੀ ਹੋਇਆ। ਉਦੋਂ ਜਿਹੜੇ ਕਬੀਲੇ ਸੀ, ਅਲੱਗ-ਅਲੱਗ ਜੰਗਲੀ ਏਰੀਆ ਦੇ ਵਿੱਚ ਰਹਿੰਦੇ ਸੀ, ਉਹਨਾਂ ਨੇ ਖੇਤੀ ਕਰਨੀ ਸਿੱਖ ਲਈ ਸੀ।
ਤੇ ਖੇਤੀ ਸਿੱਖਣ ਕਰਕੇ ਉਹਨਾਂ ਨੇ ਛੋਟੇ ਛੋਟੇ ਪਿੰਡ ਜਿਹੜੇ ਉਹ ਬਣਾ ਲਏ ਸੀ। ਕਬੀਲਿਆਂ ਦੇ ਸਰਦਾਰ ਉੱਥੇ ਰਹਿੰਦੇ ਸੀ ਤੇ ਔਰ ਕਬੀਲਿਆਂ ਦੇ ਸਰਦਾਰਾਂ ਦੇ ਵਿੱਚ ਆਪਸ ਵਿੱਚ ਥੋੜ੍ਹੇ ਝਗੜੇ ਵੀ ਸ਼ੁਰੂ ਹੋ ਗਏ ਫਸਲਾਂ ਚੁੱਕਣ 'ਤੇ ਜਾਂ ਜ਼ਮੀਨ ਨੂੰ ਮੱਲਣ ਵਾਸਤੇ। ਕੁਛ ਜਿਹੜੇ ਜ਼ਿਆਦਾ ਤਾਕਤਵਰ ਕਬੀਲੇ ਸੀ ਜਾਂ ਉਹਨਾਂ ਦੇ ਸਰਦਾਰ ਤਾਕਤਵਰ ਸੀਗੇ। ਇਹ ਮੈਂ ਸਾਰੇ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਦੀ ਗੱਲ ਕਰ ਰਿਹਾ ਕਿਉਂਕਿ ਜਿਹੜੀ ਸਿਵਲਾਈਜੇਸ਼ਨ ਹੈ ਬੜੀ ਕੁਦਰਤ ਦਾ ਇੱਕ ਅਚੰਭਾ ਹੈ ਕਿ ਜਿਹੜੀ ਸਿਵਲਾਈਜੇਸ਼ਨ ਸੱਭਿਅਤਾ ਹੈ ਉਹ ਇੱਕ ਸਿਮਿਲਰ ਇੱਕੋ ਜਿਹੇ ਢੰਗ ਦੇ ਨਾਲ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਿਹੜੀ ਨਾ ਉਹ ਉੱਨਤ ਹੋਈ ਹੈ, ਵਿਕਾਸ ਉਹਦਾ ਹੋਇਆ। ਜਿਹੜੇ ਕਬੀਲਿਆਂ ਦੇ ਸਰਦਾਰ ਜ਼ਿਆਦਾ ਤਾਕਤਵਰ ਸੀ ਉਹਨਾਂ ਨੇ ਬਾਕੀ ਕਬੀਲਿਆਂ ਦੇ ਸਰਦਾਰਾਂ ਨੂੰ ਆਪਣੇ ਹੇਠਾਂ ਕਰਕੇ ਅਤੇ ਉਹ ਉਹਨਾਂ ਨੂੰ ਇੱਕ ਜਿੱਦਾਂ ਅੱਜ ਰਾਜੇ ਆਪਾਂ ਕਹਿ ਦਿੰਦੇ ਉਹ ਰਾਜਿਆਂ ਦਾ ਰੂਪ ਉਹਨਾਂ ਨੇ ਲੈ ਲਿਆ ਅਤੇ ਉਹਨਾਂ ਕੋਲ ਏਰੀਆ ਜ਼ਿਆਦਾ ਹੋ ਗਿਆ। ਨਾਲ ਹੀ ਜਿਹੜਾ ਉਸ ਤੋਂ ਪਹਿਲੇ ਜਿਹੜੇ ਮਨੁੱਖ ਦਾ ਵਿਕਾਸ ਜਿਹੜਾ ਹੁੰਦਾ ਆਇਆ ਸੀ, ਜਦੋਂ ਜੰਗਲਾਂ 'ਚ ਬੰਦਰਾਂ ਵਾਂਗੂ ਇੱਕ ਨਸਲ ਦੇ ਤੌਰ 'ਤੇ ਰਹਿੰਦਾ ਸੀ ਤਾਂ ਉਦੋਂ ਬਾਅਦ ਉਹਦਾ ਵਿਕਾਸ ਹੁੰਦਾ ਹੋਮੋਸੇਪੀਅਨ ਦੇ ਰਾਹੀਂ ਅੱਜ ਤੋਂ 2 ਲੱਖ ਸਾਲ ਪਹਿਲਾਂ, ਤਾਂ ਉਦੋਂ ਬਾਅਦ ਬਦਲ ਕੇ ਫਿਰ ਮਨੁੱਖ ਬਣਿਆ। ਉਹਨਾਂ ਦੇ ਮਨ ਦੇ ਵਿੱਚ ਵੀ ਕੁਦਰਤ ਦੇ ਜਿਹੜੇ ਕ੍ਰਿਸ਼ਮੇ ਆ, ਕਾਰਨਾਮੇ ਆ, ਦਿਨ ਕਿਵੇਂ ਬਣਦੇ ਆ, ਰਾਤ ਕਿਵੇਂ ਬਣਦੇ ਆ, ਸੂਰਜ ਕਿਵੇਂ ਹੈਗਾ, ਪੌਦੇ ਕਿਵੇਂ ਹੁੰਦੇ ਆ, ਮਨੁੱਖ ਦਾ ਜਨਮ ਕਿਵੇਂ ਹੁੰਦਾ, ਬਾਕੀ ਪਸ਼ੂ ਪੰਛੀਆਂ ਦੇ ਜਨਮ ਕਿਵੇਂ ਹੁੰਦੇ ਆ, ਮਰ ਕਿਵੇਂ ਜਾਂਦੇ ਆ, ਜਿਹੜੇ ਇਹ ਸਾਰੇ ਬਾਰੇ ਸੋਚ ਕੇ ਨਾ ਉਹਨਾਂ ਦੇ ਮਨ 'ਚ ਬੜੇ ਸਾਰੇ ਸਵਾਲ ਉੱਠਦੇ ਸੀਗੇ। ਅਤੇ ਉਹਨਾਂ ਨੇ ਹੌਲੀ ਹੌਲੀ ਇੱਕ ਜਿੱਦਾਂ ਹੁੰਦਾ ਨਾ ਅਣਜਾਣ ਮਨ ਨੇ, ਮਨੁੱਖ ਦੇ ਮਨ ਨੇ ਇਹ ਸੋਚ ਲਿਆ ਸੀ ਵੀ ਇਹ ਜੋ ਵੀ ਕੁਛ ਵਰਤਾਰਾ ਸਾਡੇ ਵਾਸਤੇ ਨਹੀਂ ਹੈਗਾ, ਇਹਦੇ ਪਿੱਛੇ ਕੋਈ ਦੇਵੀ ਦੇਵਤੇ ਆ। ਜਦੋਂ ਇਹ ਕਬੀਲਿਆਂ ਦੇ ਜਿਹੜੇ ਸਰਦਾਰ ਸੀਗੇ, ਜਿਹੜੇ ਜ਼ਿਆਦਾ ਤਾਕਤਵਰ ਬਣ ਕੇ ਰਾਜੇ ਬਣ ਗਏ, ਅਤੇ ਜਿਹੜੇ ਕੁਛ ਚਲਾਕ ਲੋਕ ਜਿਨ੍ਹਾਂ ਨੇ ਉਹਨਾਂ ਦੇਵੀ ਦੇਵਤਿਆਂ ਦਾ ਨਾਮ ਲੈ ਕੇ ਲੋਕਾਂ ਨੂੰ ਥੋੜ੍ਹਾ ਬਹੁਤਾ ਉਹਨਾਂ ਨੇ ਆਪਣੇ ਕੋਲ ਧਨ ਇਕੱਠਾ ਕਰਨਾ ਸ਼ੁਰੂ ਕਰ ਲਿਆ ਹੋਇਆ ਸੀਗਾ, ਉਹਨਾਂ ਨੇ ਨਾਲ ਹੀ ਇਹ ਸੋਚ ਲਿਆ ਵੀ ਜਿਵੇਂ ਇਹ ਕਬੀਲਿਆਂ ਦੇ ਸਰਦਾਰਾਂ ਨੂੰ ਜਿੱਤ ਕੇ ਉੱਪਰ ਇੱਕ ਰਾਜਾ ਬਣ ਗਿਆ, ਇੱਦਾਂ ਜਿਹੜੇ ਦੇਵੀ ਦੇਵਤੇ ਉਹਨਾਂ ਦੇ ਉੱਤੇ ਵੀ ਇੱਕ ਰਾਜਾ ਹੋਣਾ ਚਾਹੀਦਾ ਹੈ। ਇਹ ਚਾਹੀਦਾ ਲਫ਼ਜ਼ ਜਿਹੜਾ ਨੇ ਤੁਸੀਂ ਧਿਆਨ ਨਾਲ ਸੁਣਨਾ ਕਿ ਮਨੁੱਖ ਦਾ ਨੂੰ ਫੁਰਨਾ ਫਿਰਿਆ ਵੀ ਇਹ ਜਿਹੜੇ ਦੇਵੀ ਦੇਵਤਿਆਂ ਦੀ ਗੱਲ ਚੱਲਦੀ ਆ ਰਹੀ ਹੈ ਪੁਰਾਣੇ ਜ਼ਮਾਨਿਆਂ ਤੋਂ, ਥੋੜ੍ਹੀ ਚੱਲਦੀ ਆ ਹੀ ਰਹੀ ਸੀਗੀ ਅਤੇ ਦੇਖੇ ਤਾਂ ਕਿਸੇ ਨਹੀਂ ਸੀ ਦੇਵੀ ਦੇਵਤੇ। ਇੱਕ ਪ੍ਰਜ਼ੰਪਸ਼ਨ ਜਾਂ ਇੱਕ ਜਿਹੜੀ ਇੱਕ ਸਮਝੋ ਵੀ ਸੋਚਿਆ ਸੀ ਉਹਨਾਂ ਨੇ ਕਲਪਨਾ ਕੀਤੀ ਹੋਈ ਸੀਗੀ ਅਤੇ ਉਹਨਾਂ ਨੇ ਸੋਚਿਆ ਵੀ ਇਹਨਾਂ ਦੇ ਉੱਤੇ ਵੀ ਇੱਕ ਰਾਜਾ ਜਿਹੜਾ ਨਾ ਦੇਵੀ ਦੇਵਤਿਆਂ ਦਾ ਬਣ ਜਾਏ ਅਤੇ ਉਹਨੂੰ ਰੱਬ ਕਿਹਾ ਗਿਆ। ਇਹ ਜਿਹੜੀ ਖੋਜ ਹੈ ਕੀਤੀ ਜਿਹੜੇ ਵਿਗਿਆਨੀਆਂ ਨੇ, ਐਂਥਰੋਪੋਲੋਜੀ ਮਾਨਵ ਵਿਗਿਆਨੀਆਂ ਨੇ ਖੋਜ ਕੀਤੀ, ਮੈਂ ਉਹਦੇ ਆਧਾਰ 'ਤੇ ਗੱਲ ਕਰ ਰਿਹਾ, ਆਪਣੇ ਕੋਲੋਂ ਨਹੀਂ ਕਰ ਰਿਹਾ, ਅਤੇ ਇਹ ਤੁਹਾਨੂੰ ਕਿਤਾਬਾਂ 'ਚ ਪੜ੍ਹਨ ਨੂੰ ਮਿਲ ਜਾਏਗੀ। ਪਰ ਪਹਿਲਾਂ ਜਿਹੜੇ ਦੇਵੀ ਦੇਵਤੇ ਸੀ ਉਹਨਾਂ ਦਾ ਖਿਆਲ ਇਹ ਕੀਤਾ ਗਿਆ ਕਿ ਉਹ ਇੱਥੇ ਧਰਤੀ ਦੇ ਉੱਤੇ ਕਿਤੇ ਦੂਰ ਦੁਰਾਡੇ ਜਗ੍ਹਾ 'ਤੇ ਜਾਂ ਪਹਾੜਾਂ ਦੇ ਉੱਤੇ ਜਾਂ ਦੂਰ ਸਮੁੰਦਰ ਤੋਂ ਕਿਤੇ ਰਹਿੰਦੇ ਨੇ ਉਹ। ਪਰ ਜਦੋਂ ਇਹ ਰੱਬ ਦਾ ਕਨਸੈਪਟ ਆਇਆ ਨਾ, ਸੰਕਲਪ ਆਇਆ, ਉਦੋਂ ਨਾਲ ਹੀ ਇਹ ਸੰਕਲਪ ਬਣਾ ਲਿਆ ਕਿ ਰੱਬ ਅਤੇ ਦੇਵੀ ਦੇਵਤੇ ਕਿਸੇ ਪਰਲੋਕ ਵਿੱਚ ਰਹਿੰਦੇ ਆ। ਇਹ ਜਿਹੜੀ ਧਰਤੀ ਜਾਂ ਜਿਹੜੀ ਇਹ ਦੁਨੀਆ ਜਿਹੜੀ ਸਾਡੇ ਸਾਹਮਣੇ ਆ ਨਾ, ਇਹਦੇ 'ਚ ਨਹੀਂ ਰਹਿੰਦੇ ਕਿਤੇ, ਇਹ ਕੋਈ ਹੋਰ ਦੁਨੀਆ ਹੈਗੀ ਹੈ। ਉਹਨੂੰ ਆਪਾਂ ਉਹਦੇ ਵਾਸਤੇ ਆਪਾਂ ਪਰਲੋਕ ਕਹਿ ਦਿੰਦੇ ਹਾਂ, ਅੱਜ ਸ਼ਬਦ ਜਿਹੜਾ ਆਮ ਪੰਜਾਬੀ ਦੇ ਵਿੱਚ ਵਰਤਿਆ ਜਾਂਦਾ। ਅਤੇ ਅੱਜ ਤੱਕ ਵੀ ਅਸੀਂ ਉਹੀ ਲੈ ਕੇ ਬੈਠੇ ਹੋਏ ਹਾਂ ਕਿਉਂਕਿ ਰੱਬ ਇੱਥੇ ਤਾਂ ਕਦੇ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ। ਰੱਬ ਦਾ ਜਿਹੜਾ ਹੈ ਰੂਪ ਕਿਹੋ ਜਿਹਾ ਹੈਗਾ, ਚਲੋ ਨਿਰੰਕਾਰ ਜਾਂ ਉਸ ਨੂੰ ਰੂਪ ਰਹਿਤ ਵੀ ਕਈਆਂ ਨੇ ਕਿਹਾ ਹੈਗਾ, ਅਤੇ ਪਰ ਅਸਲ 'ਚ ਉਹ ਕੀ ਹੈਗਾ, ਉਹ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਮੁੱਦਾ ਉਠਾਇਆ ਕਿ ਉਹ ਰੱਬ ਦਾ ਜਿਹੜਾ ਸੰਕਲਪ ਉਹ ਕੀ ਹੈਗਾ, ਉਹ ਕਿੱਥੇ ਰਹਿੰਦਾ ਹੈ, ਉਹ ਪਰਲੋਕ ਕਿਹੋ ਜਿਹਾ ਹੈਗਾ, ਉਹ ਉੱਥੇ ਸਵਰਗ ਨਰਕ ਕਿਹੋ ਜਿਹਾ ਹੈ, ਉਹ ਜਿਹੜੇ ਰੱਬ ਦਾ ਰੂਪ ਜਾਂ ਜਿਹੜੀ ਉਹਦੀ ਜਦੋਂ ਅਸੀਂ ਕਹਿ ਦਿੰਦੇ ਵੀ ਰੱਬ ਆਪਣੇ ਸਾਰਾ ਕੁਛ ਉਹਦੇ ਹੱਥ 'ਚ ਹੈ, ਉਹ ਉਹਦੇ ਕਹੇ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਇਹਦਾ ਮਤਲਬ ਅਸੀਂ ਹੁਣ ਤਾਂ ਬਣਾਈ ਹੋਈ ਨਾ ਉਹਦੀ। ਔਰ ਇਹ ਅਲੱਗ-ਅਲੱਗ ਧਰਮ ਕਿਉਂਕਿ ਅਲੱਗ-ਅਲੱਗ ਜਿਹੜੇ ਇਲਾਕੇ ਸੀਗੇ ਦੁਨੀਆ ਦੇ, ਉਹਨਾਂ ਵਿੱਚ ਫਿਰ ਅਲੱਗ-ਅਲੱਗ ਮਜ਼ਹਬ ਧਰਮ ਪੈਦਾ ਹੋ ਗਏ। ਕਿਤੇ ਰੱਬ ਦਾ ਕਨਸੈਪਟ ਪਹਿਲਾਂ ਆਇਆ, ਕਿਤੇ ਕਈਆਂ ਦਾ ਬਾਅਦ 'ਚ ਆਇਆ। ਕਈ ਐਸੇ ਧਰਮ ਜਿਹੜੇ ਬਣੇ ਜਿਹੜੇ ਹਾਲੇ ਦੇਵੀ ਦੇਵਤਿਆਂ 'ਤੇ ਬੈਠੇ ਸੀ, ਉਹਨਾਂ 'ਚ ਪੈਗਨਿਜ਼ਮ ਉਸ ਨੂੰ ਕਹਿੰਦੇ ਸੀਗੇ, ਜਿਹੜੇ ਪਰ ਈਸ਼ਵਰਵਾਦ ਉਹਨਾਂ 'ਚ ਨਹੀਂ ਸੀਗਾ ਅਤੇ ਦੇਵਵਾਦ ਸੀ। ਪਰ ਜਦੋਂ ਰੱਬ ਦਾ ਕਨਸੈਪਟ ਆਇਆ ਉੱਥੇ ਫਿਰ ਈਸ਼ਵਰਵਾਦ ਵੀ ਆ ਗਿਆ ਵੀ ਇੱਕ ਰੱਬ ਹੈਗਾ। ਜਿਵੇਂ ਸਭ ਤੋਂ ਪਹਿਲਾਂ ਜੂਡਿਜ਼ਮ ਨੇ ਦਿੱਤਾ, ਉਹ ਤੋਂ ਪਹਿਲਾਂ ਵੀ ਤਾਂ ਹੈਗੇ ਸੀ ਇਹੋ ਜਿਹੇ ਮਜ਼ਹਬ ਧਰਮ, ਪਰ ਜੂਡਿਜ਼ਮ ਜਿਹੜਾ ਯਹੂਦੀ ਮਤ ਹੈ ਉਹਨੇ ਸਭ ਤੋਂ ਪਹਿਲਾਂ ਰੱਬ ਦਾ ਕਨਸੈਪਟ ਦਿੱਤਾ, ਇੱਕ ਰੱਬ ਦਾ। ਫਿਰ ਕ੍ਰਿਸਚੈਨਿਟੀ ਈਸਾਈ ਮਤ ਆਇਆ, ਫਿਰ ਇਸਲਾਮ ਵੀ ਆਇਆ, ਫਿਰ ਸਾਡੇ ਕੁਛ ਇੱਧਰ ਜਿਹੜੇ ਸਾਡੇ ਏਸ਼ੀਆ ਦੇ ਏਰੀਆ ਦੇ ਵਿੱਚ ਜਿਹੜੇ ਮਜ਼ਹਬ ਸੀ ਧਰਮ ਸੀਗੇ ਉਹਨਾਂ ਦੇ ਵਿੱਚ ਵੀ ਆਇਆ। ਜਿਹੜਾ ਹਿੰਦੂ ਮਤ ਹੈ ਇਹਦੇ ਵਿੱਚ ਵੀ ਆਇਆ। ਇਸ ਪਹਿਲਾਂ ਇਹ ਦੇਵੀ ਦੇਵਤੇ ਨੂੰ ਅੱਜ ਵੀ ਤੁਸੀਂ ਹਿੰਦੂ ਮਤ ਲਵੋ, ਦੇਵੀ ਦੇਵਤਿਆਂ ਨੂੰ ਮੰਨੇ ਜਾਂਦੇ, ਬ੍ਰਹਮ ਨੂੰ ਵੀ ਮੰਨੇ ਜਾਂਦੇ, ਈਸ਼ਵਰ ਨੂੰ ਵੀ ਮੰਨੇ ਜਾਂਦੇ, ਸਾਰਾ ਕੁਛ ਰਲ ਮਿਲ ਕੇ ਚੱਲੀ ਜਾ ਰਿਹਾ। ਇਹੋ ਜਿਹੇ ਜਿਹੜੇ ਨਾ ਸੰਕਲਪ ਪੈਦਾ ਹੋਏ। ਪਰ ਜਿਵੇਂ ਆਪਾਂ ਇਹ ਮੁੱਦਾ ਲੈ ਕੇ ਚੱਲੇ ਹਾਂ ਵੀ ਇਹ ਸਾਰਾ ਕੁਛ ਜਿਹੜਾ ਨਾ ਇੱਕ ਭੰਬਲ ਭੂਸਾ ਹੈ ਵੀ ਕਿੱਥੇ ਹੈ ਉਹ ਰੱਬ, ਕਿਹੋ ਜਿਹਾ ਉਹ ਰੱਬ ਹੈ। ਫਿਰ ਉਹਦੇ ਨਾਲ ਅਸੀਂ ਇੱਕ ਆਤਮਾ ਦਾ ਜਿਹੜਾ ਸੰਕਲਪ ਉਹ ਵੀ ਬਣਾ ਲਿਆ। ਇਹ ਮਜ਼ਹਬਾਂ ਧਰਮਾਂ ਵਾਲਿਆਂ ਨੇ ਦਿੱਤਾ। ਤਕਰੀਬਨ ਸਾਰੇ ਮਜ਼ਹਬ ਧਰਮ ਆਤਮਾ ਨੂੰ ਵੀ ਮੰਨੇ ਜਾਂਦੇ। ਆਤਮਾ ਦਾ ਮਤਲਬ ਕੀ ਹੈਗਾ ਵੀ ਸਾਡਾ ਸਰੀਰ ਹੈ,
ਵਿਗਿਆਨ ਤਾਂ ਸਾਨੂੰ ਸਰੀਰ ਦਿਸਦਾ ਵੀ ਆ, ਵਿਗਿਆਨ ਨੇ ਸਾਡੇ ਸਰੀਰ ਦੇ ਅੰਦਰ ਕੀ ਕੁਛ ਸਾਰਾ ਕੁਝ ਸਾਡੇ ਸਾਹਮਣੇ ਰੱਖ ਦਿੱਤਾ ਹੋਇਆ। ਆਪਾਂ ਆਤਮਾ ਤੇ ਥੋੜੀ ਜੀ ਬਾਅਦ ਚ ਗੱਲ ਕਰਦੇ ਆ ਜੀ। ਇੱਕ ਜਿਵੇਂ ਤੁਸੀਂ ਨਾ ਗੱਲ ਕੀਤੀ ਆ ਕੁਦਰਤ ਦੀ, ਤਾਂ ਕਈ ਵਾਰੀ ਉਲਝਣ ਇੱਥੇ ਵੀ ਪੈ ਜਾਂਦੀ ਆ। ਕੁਝ ਕਹਿੰਦੇ ਆ ਰੱਬ ਹੀ ਕੁਦਰਤ ਆ, ਕੁਦਰਤੀ ਰੱਬ ਆ, ਹਨਾ। ਆ ਜਾਣਗੀਆਂ, ਪਤਾ ਨਹੀਂ ਆਪਣੇ ਕੋਲ ਸਮਾਂ ਕਿੰਨਾ ਕੁ ਹੈ। ਆਤਮਾ ਦੀ ਗੱਲ ਮੈਨੂੰ ਤਾਂ ਕਰਨੀ ਪਈ ਵੀ ਇੱਕ ਪਰਮਾਤਮਾ ਸ਼ਬਦ ਵੀ ਆਉਂਦਾ, ਵੀ ਇੱਕ ਆਤਮਾ ਹੁੰਦੀ ਹੈ, ਹਰ ਮਨੁੱਖ 'ਚ ਆਤਮਾ। ਕਈ ਜਿਹੜੇ ਮਜ਼ਹਬ ਮੰਨਦੇ ਆ ਕਿ ਦਰਖਤਾਂ 'ਚ ਵੀ ਆਤਮਾ ਹੈਗੀ, ਪਸ਼ੂ ਪੰਛੀਆਂ 'ਚ ਵੀ ਹੈਗੀ ਆ, ਮਨੁੱਖਾਂ 'ਚ ਤਾਂ ਹੈਗੀ ਹੈ। ਕਈ ਇਸ ਗੱਲ ਨੂੰ ਨਹੀਂ ਵੀ ਮੰਨਦੇ, ਕਹਿੰਦੇ ਜੀ ਇਕੱਲੇ ਮਨੁੱਖ ਵਿੱਚ ਹੀ ਹੁੰਦੀ ਹੈ। ਚਲੋ ਕੁਛ ਫਿਰ ਇਹ ਜਿਹੜਾ ਆਤਮਾ ਹੈ ਸੰਸਾਰ ਦੇ ਅਲੱਗ-ਅਲੱਗ ਪ੍ਰਾਣੀਆਂ 'ਚ, ਉਹਨਾਂ ਦੇ ਉੱਤੇ ਇੱਕ ਪਰਮਾਤਮਾ ਵੀ ਆ, ਉਹਨੂੰ ਬ੍ਰਹਮ ਵੀ ਕਹਿ ਦਿੱਤਾ ਜਾਂਦਾ। ਹੁਣ ਇਹ ਜਿਹੜਾ ਰੱਬ ਦਾ ਜਿਹੜਾ ਸੰਕਲਪ ਹੈ ਨਾ, ਇਹ ਦੋ ਹਿੱਸਿਆਂ 'ਚ ਵੰਡਿਆ ਜਾਂਦਾ। ਇੱਕ ਤਾਂ ਜਿਹੜਾ ਪਰਮਾਤਮਾ ਵਾਲਾ, ਇਹ ਤਾਂ ਹੈਗਾ ਵਜੂਦ ਨਹੀਂ ਹੈ ਇਹਦਾ ਹੈਗਾ, ਫਾਰਮਲੈਸ ਹੈ, ਇਹਦੀ ਸ਼ਕਲ ਸੂਰਤ ਨਹੀਂ ਹੈਗੀ, ਇਹ ਸ਼ਕਲ ਤੋਂ ਬਿਨਾਂ ਹੈਗਾ। ਜਿੱਦਾਂ ਅਸੀਂ ਕਹਿ ਲਈਏ ਵੀ ਰੱਬ ਹੈ ਤਾਂ ਉਹਦੇ ਹੱਥ ਪੈਰ ਹੋਣਗੇ, ਮੂੰਹ ਹੋਏਗਾ, ਕਿਹੋ ਜਿਹਾ ਉਹਦਾ ਹੋਏਗਾ, ਕਿਸ ਤਰ੍ਹਾਂ ਦਾ ਉਹਦਾ ਸਰੀਰ ਹੋਏਗਾ। ਦੂਜੇ ਪਾਸੇ ਕੁਛ ਮਜ਼ਹਬ ਧਰਮ ਮੰਨਦੇ ਹੈਗੇ ਵੀ ਉਹਦਾ ਰੰਗ ਰੂਪ ਕੋਈ ਨਹੀਂ ਹੁੰਦਾ, ਉਹਦਾ ਜਿਹੜਾ ਸ਼ਕਲ ਸੂਰਤ ਕੋਈ ਨਹੀਂ ਹੁੰਦੀ, ਉਹ ਗੈਰ ਸ਼ਖਸੀ ਹੁੰਦਾ। ਤਾਂ ਉਹ ਜਿਹੜੀ ਚੀਜ਼ ਹੈ ਨਾ, ਉਹ ਰੱਬ ਦੇ ਆਪਾਂ ਲਗਾਈਏ ਤਾਂ ਦੋ ਰੂਪ ਬਣੇ ਨੇ ਹੁਣ ਤੱਕ ਸਾਰੇ ਮਜ਼ਹਬਾਂ ਧਰਮਾਂ ਦਾ ਆਪਾਂ ਅਧਿਐਨ ਕਰੀਏ ਤੇ ਉਹ ਦੋ ਰੂਪ ਬਣਦੇ ਆ। ਇੱਕ ਤਾਂ ਹੈਗਾ ਕਿ ਸ਼ਖਸੀ ਰੱਬ, ਜਿੱਦਾਂ ਜੂਡਿਜ਼ਮ ਹੈਗਾ, ਯਹੂਦੀ ਮਤ, ਉਹ ਵੀ ਸ਼ਖਸੀ ਰੱਬ ਨੂੰ ਵੀ ਪ੍ਰਮੋਟ ਕਰਦਾ। ਜਿਹੜਾ ਹੈਗਾ ਕ੍ਰਿਸਚੈਨਿਟੀ, ਉਹ ਤਾਂ ਕਰਦਾ ਹੀ ਕਰਦਾ ਹੈਗਾ। ਇਸਲਾਮ ਵੀ ਕਰਦਾ, ਇਸਲਾਮ ਦੋਨੋਂ ਪਾਸੇ ਪੈਰ ਰੱਖਦਾ। ਨਾਲੇ ਤਾਂ ਕਹਿੰਦਾ ਹੈਗਾ ਵੀ ਸ਼ਖਸੀ ਰੱਬ ਹੈਗਾ, ਅੱਲਾ ਹੈਗਾ, ਨਾਲੇ ਉਹਨੂੰ ਕਹਿੰਦਾ ਵੀ ਉਹ ਨਿਰਕਾਰ ਹੈ, ਉਹਦੀ ਸ਼ਕਲ ਸੂਰਤ ਨਹੀਂ ਬਣ ਸਕਦੀ, ਇਸੇ ਕਰਕੇ ਉਹਦੀ ਮੂਰਤੀ ਵੀ ਨਹੀਂ ਕੋਈ ਬਣ ਸਕਦੀ। ਜੇ ਆਪਾਂ ਹਿੰਦੂ ਧਰਮ ਵਿੱਚ ਲਈਏ, ਇਹ ਸਾਰੇ ਨੂੰ ਮੰਨੀ ਜਾ ਰਹੇ। ਬ੍ਰਹਮ ਨੂੰ ਜਿਹੜਾ ਉਹ ਨਿਰਕਾਰ ਜਾਂ ਨਿਰਕਾਰ ਕਰਕੇ ਮੰਨ ਰਿਹਾ ਪਰਮਾਤਮਾ, ਤੇ ਦੂਜੇ ਪਾਸੇ ਜਿਹੜਾ ਹੈਗਾ ਈਸ਼ਵਰ ਹੈ, ਉਸ ਨੂੰ ਉਹਦਾ ਸਰੀਰਕ ਪੱਖ ਹੈ, ਤੇ ਉਹਦੇ ਅੱਗੇ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜੇ ਇਹ ਦੇਵੀ ਦੇਵਤੇ ਜਿਹੜੇ ਉਹ ਬਣ ਜਾਂਦੇ। ਹੁਣ ਤੁਹਾਡੇ ਵਾਲੇ ਸਵਾਲ ਤੇ ਮੈਂ ਆਉਣਾ ਕਿ ਇਹ ਜਿਹੜਾ ਕੁਦਰਤ ਹੈ ਨਾ, ਇਹ ਕ੍ਰੀਏਸ਼ਨ ਹੋਣ ਆਪਾਂ ਜੋ ਬ੍ਰਹਿਮੰਡ ਲਾ ਲਓ ਜਾਂ ਇੱਥੇ ਬੈਠੇ ਹਾਂ, ਧਰਤੀ 'ਤੇ ਬੈਠੇ ਹਾਂ, ਸਾਨੂੰ ਸਾਰਾ ਕੁਝ ਜੋ ਨਜ਼ਰ ਆ ਰਿਹਾ ਬਾਹਰ, ਉਹਨੂੰ ਅਸੀਂ ਕੁਦਰਤ ਕਹਿ ਦਿੰਦੇ ਹਾਂ। ਕਿਉਂਕਿ ਦੋ ਤਰ੍ਹਾਂ ਦੀ ਸਥਿਤੀਆਂ ਬਣੀਆਂ। ਇੱਕ ਤਾਂ ਬਣੀ ਜਿਵੇਂ ਆਪਾਂ ਹੁਣ ਬੈਠੇ ਹਾਂ ਤਾਂ ਸਾਨੂੰ ਇੱਥੇ ਬੈਠੇ ਸਾਰਾ ਕੁਝ ਬਾਹਰ ਨਜ਼ਰ ਆ ਰਿਹਾ, ਸਾਡੇ ਘਰ ਤੋਂ ਬਾਹਰ ਜਾਂ ਸਾਡੇ ਏਰੀਏ ਤੋਂ ਬਾਹਰ, ਉਹਨੂੰ ਆਪਾਂ ਕੁਦਰਤ ਕਹਿ ਦਿੰਦੇ ਹਾਂ। ਪਰ ਅੱਜ ਸਾਇੰਸ ਨੇ ਸਾਨੂੰ ਕੀ ਕੀਤਾ ਹੈਗਾ ਕਿ ਸਾਇੰਸ ਇਹ ਕਹਿੰਦੀ ਵੀ ਬ੍ਰਹਿਮੰਡ ਹੈਗਾ ਬਹੁਤ ਵੱਡਾ, ਉਹ ਕੋਈ 12-13 ਅਰਬ ਸਾਲ ਜਿਹੜਾ ਹੈਗਾ ਉਹ ਪਹਿਲਾਂ ਪੈਦਾ ਹੋਇਆ ਸੀਗਾ। ਧਰਤੀ ਜਿਹੜੀ ਹੈ ਤਕਰੀਬਨ 4-4.5 ਹਜ਼ਾਰ ਅਰਬ ਸਾਲ ਪਹਿਲਾਂ ਪੈਦਾ ਹੋਈ ਸੀਗੀ। ਧਰਤੀ ਉੱਤੇ ਫਿਰ ਜੀਵਨ ਬਣਿਆ, ਉਸ ਜੀਵਨ ਦਾ ਅਸੀਂ ਅੱਜ ਹਿੱਸਾ ਹੈਗੇ। ਤੇ ਇਹਦਾ ਮਤਲਬ ਵੀ ਧਰਤੀ 'ਤੇ ਇੱਕ ਛੋਟਾ ਜਿਹਾ ਨਗੂਣਾ ਜਿਹਾ ਇੱਕ ਕਣ ਹੈਗਾ ਹੈ ਸੂਰਜ ਦੇ ਦੁਆਲੇ, ਤੇ ਸੂਰਜ ਜਿਹੜਾ ਉਹਦਾ ਇੱਕ ਸਿਸਟਮ ਹੈ ਜਿਹਨੂੰ ਆਪਾਂ ਸੋਲਰ ਸਿਸਟਮ, ਸੂਰਜ ਮੰਡਲ ਕਹਿੰਦੇ ਹਾਂ। ਇਹੋ ਜਿਹੇ ਅਨੇਕਾਂ ਬਣਾ ਕੇ ਇੱਕ ਜਿਹੜੀ ਹੈ ਗਲੈਕਸੀ ਬਣਦੀ ਹੈ, ਅਨੇਕਾਂ ਅਰਬਾਂ ਖਰਬਾਂ ਗਲੈਕਸੀਆਂ ਰਲ ਕੇ ਤੇ ਯੂਨੀਵਰਸ ਜਿਹੜੀ ਬਣਦੀ। ਤੇ ਹੁਣ ਕੁਦਰਤ ਨੂੰ ਆਪਾਂ ਕਿੱਥੇ ਲਿਮਿਟ ਕਰਨਾ, ਕੁਦਰਤ ਨੂੰ ਅਸੀਂ ਉਹਦੀ ਸੀਮਾ ਕਿੱਥੇ ਬਣਾਉਣੀ ਹੈ, ਉਹਨੂੰ ਦੋ ਤਰ੍ਹਾਂ ਨਾਲ ਹੋ ਗਈ। ਇੱਕ ਤਾਂ ਜੋ ਸਾਇੰਸ ਸਾਨੂੰ ਦੇ ਰਹੀ ਹੈ, ਉਹਨੂੰ ਤਾਂ ਆਪਾਂ ਕਹਾਂਗੇ ਬ੍ਰਹਿਮੰਡ ਹੈ, ਬ੍ਰਹਿਮੰਡੀ ਨਿਯਮ ਤੰਤਰ ਹੈ, ਕਾਸਮਿਕ ਆਰਡਰ ਉਹਨੂੰ ਅੰਗਰੇਜ਼ੀ 'ਚ ਕਹਿੰਦੇ, ਜਾਂ ਯੂਨੀਵਰਸਲ ਆਰਡਰ ਉਸ ਨੂੰ ਕਹਿੰਦੇ। ਉਹਨੂੰ ਵੀ ਆਪਾਂ ਕੁਦਰਤ ਵੀ ਕਹਿ ਸਕਦੇ ਹਾਂ। ਦੂਜੇ ਪਾਸੇ ਇੱਥੇ ਬੈਠਿਆਂ ਜੋ ਸਾਨੂੰ ਧਰਤੀ ਦੇ ਉੱਤੇ ਨਜ਼ਰ ਆ ਰਿਹਾ, ਹਾਲਾਂਕਿ ਉਹ ਸਾਰੇ ਬ੍ਰਹਿਮੰਡ 'ਚ ਲਾਈਏ ਤਾਂ ਇੱਕ ਨਿਗੂਣਾ ਹੈ, ਕਿ ਕਣ ਵੀ ਨਹੀਂ ਹੈਗਾ ਬਣਦਾ, ਪਰ ਫਿਰ ਵੀ ਸਾਨੂੰ ਤਾਂ ਨਜ਼ਰ ਆ ਰਿਹਾ, ਫਿਰ ਅਸੀਂ ਇਹਨੂੰ ਵੀ ਕੁਦਰਤ ਕਹਿ ਦਿੰਦੇ ਹਾਂ। ਪਰ ਜੇ ਅਸੀਂ ਇਹਨਾਂ ਦਾ ਇੱਕ ਜਿਹੜਾ ਆਪਸ ਵਿੱਚ ਇੱਕ ਮੇਲ ਕਰਕੇ ਤੇ ਇੱਕ ਦਾ ਹੱਲ ਕੱਢਣਾ ਹੋਵੇ, ਕੁਦਰਤ ਦਾ ਮਤਲਬ ਹੈ ਕਿ ਜੋ ਕੁਛ ਵੀ ਸਾਨੂੰ ਬ੍ਰਹਿਮੰਡ ਦੇ ਵਿੱਚ ਅਸੀਂ ਸੋਚ ਸਕਦੇ ਹਾਂ, ਦੇਖ ਸਕਦੇ ਹਾਂ, ਜਾਂ ਸਾਇੰਸ ਨੇ, ਵਿਗਿਆਨ ਨੇ ਸਾਨੂੰ ਵਿਖਾ ਦਿੱਤਾ ਹੋਇਆ, ਤੇ ਉਹ ਜਿਹੜਾ ਬਣਿਆ ਹੈਗਾ ਉਹਨੂੰ ਜਿਹੜੇ ਵਿਗਿਆਨ ਕਹਿੰਦਾ ਕਿ ਅੱਜ ਤੋਂ ਕਿ 12-13-14 ਅਰਬ ਸਾਲ ਪਹਿਲਾਂ ਉਹ ਬਣਨਾ ਸ਼ੁਰੂ ਹੋਇਆ ਬਿਗ ਬੈਂਗ ਦੇ ਨਾਲ। ਇੱਕ ਬਿਗ ਬੈਂਗ ਹੋਇਆ, ਉਹਨੂੰ ਆਪਾਂ ਧਮਾਕਾ ਹੀ ਕਹਿ ਸਕਦੇ ਹਾਂ। ਜਾਂ ਉਸ ਤੋਂ ਬਾਅਦ ਜਿਹੜਾ ਇੱਕ ਐਨਰਜੀ, ਜਿਹੜੀ ਊਰਜਾ ਹੈ, ਉਹਦਾ ਬਹੁਤ ਛੋਟੇ ਤੋਂ ਛੋਟਾ ਰੂਪ ਸੀ ਉਸ ਵੇਲੇ, ਉਹ ਫਿਰ ਉਸਨੇ ਫੈਲਣਾ ਸ਼ੁਰੂ ਕੀਤਾ। ਉਹ ਫੈਲਣ ਦੇ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਉਹਨੂੰ ਅਸੀਂ ਬਿਗ ਬੈਂਗ ਕਹਿ ਦਿੱਤਾ ਜਾਂਦਾ। ਉਹ ਫੈਲਦਾ ਫਿਰ ਸਾਰਾ ਬ੍ਰਹਿਮੰਡ ਬਣਿਆ। ਬ੍ਰਹਿਮੰਡ ਦੇ ਵਿੱਚ ਜਿਹੜੀਆਂ ਗਲੈਕਸੀਆਂ ਬਣੀਆਂ, ਗਲੈਕਸੀਆਂ ਦੇ ਵਿੱਚ ਸੋਲਰ ਸਿਸਟਮ ਬਣੇ, ਤਾਰੇ ਬਣੇ, ਉਹਨਾਂ ਦੇ ਵਿੱਚੋਂ ਫਿਰ ਜਿਹੜੀਆਂ ਹਰ ਸੋਲਰ ਸਿਸਟਮ ਦੇ ਪਿੱਛੇ ਆਲੇ ਦੁਆਲੇ ਧਰਤੀਆਂ ਬਣੀਆਂ। ਜਿੱਦਾਂ ਸਾਡਾ ਸੋਲਰ ਸਿਸਟਮ ਹੈ, ਇਹਦੇ 9 ਜਿਹੜੇ ਗ੍ਰਹਿ ਹੈਗੇ, ਉਹਨਾਂ 'ਚੋਂ ਧਰਤੀ ਜਿਹੜੀ ਹੈ ਸਾਡੀ ਇੱਕ ਗ੍ਰਹਿ ਹੈ। ਹੁਣ ਕੁਦਰਤ ਨੂੰ ਅਸੀਂ ਕਿਸ ਤਰੀਕੇ ਨਾਲ ਡਿਫਾਈਨ ਕਰਨਾ, ਜਿਵੇਂ ਜੋ ਤੁਹਾਡਾ ਸਵਾਲ ਹੈ, ਉਹਨੂੰ ਆਪਾਂ ਉਹਦੀ ਗੱਲ ਕਰਨ ਦੀ ਬਜਾਏ ਆਪਾਂ ਇਹ ਕਰੀਏ ਜੋ ਸਾਇੰਸ ਅੱਜ, ਕਿਉਂਕਿ ਸਾਇੰਸ ਦਾ ਸਾਨੂੰ ਕਹਿਣਾ ਮੰਨਣਾ ਪੈਣਾ। ਸਾਇੰਸ ਨੇ ਬਹੁਤ ਕੁਛ ਇਸ ਪਾਸੇ ਕਰ ਦਿੱਤਾ ਹੋਇਆ। ਅੱਜ ਤੁਸੀਂ ਕੋਈ YouTube ਦੇ ਵਿੱਚੋਂ ਇੱਕ ਜਿਹੜੀ ਵੀਡੀਓ ਕੱਢ ਕੇ ਦੇਖੋ ਯੂਨੀਵਰਸ ਉੱਤੇ, ਸਾਰਾ ਯੂਨੀਵਰਸ ਬ੍ਰਹਿਮੰਡ ਤੁਹਾਡੇ ਸਾਹਮਣੇ ਅੱਧੇ ਘੰਟੇ ਦੇ ਵਿੱਚ ਰੱਖ ਦਿੰਦੇ ਵੀ ਕਿਵੇਂ ਸਾਰਾ ਬ੍ਰਹਿਮੰਡ ਬਣਿਆ, ਔਰ ਉਹ ਸਾਰਾ ਸੱਚਾ ਹੈ।
ਉਹਨੂੰ ਕੁਝ ਉਠਲਾ ਨਹੀਂ ਸਕਿਆ ਕੋਈ ਵੀ ਹਾਲੇ ਤੱਕ, ਜਦੋਂ ਕਦੀ ਸਾਇੰਸ ਦੀ ਇਹ ਖੋਜ ਆਈ ਹੈ। ਔਰ ਇਹ ਖੋਜ ਆ ਪਿਛਲੇ 100 ਸਾਲ ਦੀ ਹੈਗੀ ਸਿਰਫ। ਜਿਹੜੇ ਮਜ਼ਹਬ ਧਰਮ ਹੈ ਉਹਨਾਂ ਨੂੰ ਜੇ ਅਸੀਂ 7000 ਸਾਲ ਵੀ ਲਾਈਏ ਤੇ 7000 ਸਾਲਾਂ ਦੇ ਵਿੱਚ ਮਜ਼ਹਬਾਂ ਧਰਮਾਂ ਨੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਦਿੱਤਾ, ਸਾਨੂੰ ਭੰਬਲ ਪੂਸੇ ਦੇ ਵਿੱਚ ਹੀ ਪਾਇਆ। ਰੱਬ ਹੈਗਾ ਜੀ, ਕਿੱਥੇ ਆ, ਕਿਹੋ ਜਿਹਾ ਹੈਗਾ, ਉਹਦੀ ਕੀ ਡੈਫੀਨੇਸ਼ਨ ਆ, ਇਹ ਕੋਈ ਨਹੀਂ ਦਿੱਤੇ, ਕਿਸੇ ਮਜ਼ਹਬ ਧਰਮ ਵਿੱਚ ਸਾਨੂੰ ਨਹੀਂ ਮਿਲਦੀ। ਪਰਮਾਤਮਾ ਆਤਮਾ ਕੀ ਹੁੰਦੀ ਹੈ, ਪਰਮਾਤਮਾ ਕੀ ਹੁੰਦਾ, ਉਹਦਾ ਕੀ ਵਜੂਦ ਹੈ, ਉਹਨੂੰ ਆਪਾਂ ਕਿਵੇਂ ਮਹਿਸੂਸ ਕਰ ਸਕਦੇ ਹਾਂ ਜਾਂ ਕੁਛ, ਇਹਦੇ ਬਾਰੇ ਕੁਛ ਨਹੀਂ ਕੀਤੇ। ਮਜ਼ਹਬਾਂ ਧਰਮਾਂ ਨੇ ਜਿਹੜੇ ਆਪਣੇ ਸ਼ਾਸਤਰ ਹੈਗੇ, ਆਪਣੇ ਧਾਰਮਿਕ ਗ੍ਰੰਥ, ਉਹ ਤਾਂ ਬਹੁਤ ਬਣਾਏ ਹੋਏ ਆ, ਪਰ ਕਿਸੇ ਵੀ ਗ੍ਰੰਥ ਦੇ ਵਿੱਚ ਰੱਬ ਬਾਰੇ, ਆਤਮਾ ਬਾਰੇ, ਪਰਮਾਤਮਾ ਬਾਰੇ, ਪਰਲੋਕ ਬਾਰੇ, ਦੇਵੀ ਦੇਵਤਿਆਂ ਬਾਰੇ ਕੋਈ ਵੀ ਇੱਕ ਜਿਹਨੂੰ ਅਸੀਂ ਸਮਝ ਲਈ ਅੱਜ ਦੇ ਵਿਗਿਆਨ ਦੇ ਯੁੱਗ ਦੇ ਵਿੱਚ ਆਪਾਂ ਇਹ ਕਹੀਏ ਵੀ ਸਾਡੀ ਤਸੱਲੀ ਹੋ ਜਾਏ ਵੀ ਉਹ ਕਿਹੋ ਜਿਹੇ ਹੈਗੇ ਆ ਜਾਂ ਉਹਨਾਂ ਦੇ ਬਾਰੇ ਕੀ ਜਾਣਕਾਰੀ ਹੈ, ਉਹ ਸਾਨੂੰ ਨਹੀਂ ਮਿਲਦੀ। ਸਾਰਾ ਹੀ ਕਨਫਿਊਜ਼ਨ, ਸਾਰਾ ਹੀ ਭੰਬਲ ਭੂਸਾ ਮਜ਼ਹਬਾਂ ਧਰਮਾਂ ਦੇ ਵਿੱਚ ਸਾਨੂੰ ਵੀ ਦੇਖਣ ਨੂੰ ਮਿਲਦਾ। ਅਤੇ ਉਹਦੇ ਕਰਕੇ ਨਿਰਾਸ਼ ਹੋ ਕੇ ਜਿਹੜਾ ਵੀ ਪੜ੍ਹਿਆ ਲਿਖਿਆ ਜਾਂ ਕੋਈ ਸੋਚ ਰੱਖਣ ਵਾਲਾ ਬੰਦਾ ਮਨੁੱਖ ਹੈਗਾ, ਉਹ ਤਾਂ ਫਿਰ ਇਹੀ ਸੋਚਦਾ ਹੈਗਾ ਵੀ ਇਹ ਸਾਰੇ ਝੰਜੜ ਵਿੱਚੋਂ ਆਪਾਂ ਬਾਹਰ ਨਿਕਲੀਏ। ਅਤੇ ਹੁਣ ਜਿਹੜੇ ਨਾਸਤਿਕ, ਜਿਹਨੂੰ ਅਸੀਂ ਨਾਸਤਿਕ ਕਹਿ ਦਿੰਦੇ, ਜਿਹੜੇ ਲੋਕ ਰੱਬ ਧਰਮ ਵਿੱਚ ਨਹੀਂ ਵਿਸ਼ਵਾਸ ਕਰਦੇ, ਰੱਬ 'ਚ ਨਹੀਂ ਵਿਸ਼ਵਾਸ ਕਰਦੇ, ਆਤਮਾ ਪਰਮਾਤਮਾ 'ਚ ਨਹੀਂ ਵਿਸ਼ਵਾਸ ਕਰਦੇ, ਉਹਨਾਂ ਦੀ ਦਿਨੋਂ ਦਿਨ ਗਿਣਤੀ ਵੱਧ ਰਹੀ ਹੈ। ਇਹਦੇ ਵਿੱਚ ਸੋਸ਼ਲ ਮੀਡੀਆ ਵੀ ਬਹੁਤ ਵੱਡਾ ਰੋਲ ਜਿਹੜਾ ਕਰ ਰਿਹਾ ਹੈ। ਭਾਰਤ ਦੇ ਵਿੱਚ ਵੀ ਜਿਹੜਾ ਅਸੀਂ ਲਾ ਲਈਏ, ਭਾਰਤ ਪਾਕਿਸਤਾਨ ਵੀ ਉਹਦਾ ਹਿੱਸਾ ਸੀ, ਬੰਗਲਾਦੇਸ਼ ਵੀ ਉਹਦਾ ਹਿੱਸਾ ਸੀ, ਜਾਂ ਸਾਰੇ ਇਹਦੇ 'ਚ ਜਿੰਨਾ ਮਜ਼ਹਬਾਂ ਧਰਮਾਂ ਦਾ ਗਲਬਾ ਸੀ ਅੱਜ ਤੋਂ 50 ਸਾਲ ਪਹਿਲਾਂ, ਅੱਜ ਉਹ ਨਹੀਂ ਹੈਗਾ। ਜਿਵੇਂ ਅਸੀਂ ਯੂਰਪ ਦਾ ਵਿੱਚ ਅਸੀਂ ਦੇਖਦੇ ਹਾਂ ਕਿ ਉੱਥੇ ਚਰਚ ਬੰਦ ਹੋ ਰਹੇ ਨੇ, ਉੱਥੇ ਜਿਹੜੀ ਹੈ ਸਾਇੰਸ ਦੀ ਤਰੱਕੀ ਪਹਿਲਾਂ ਆ ਗਈ ਹੈ, ਉਹਦਾ ਐਪਲੀਕੇਸ਼ਨ ਵੀ ਪਹਿਲਾਂ ਆ ਗਈ ਹੈ, ਉਹਦਾ ਫਾਇਦਾ ਵੀ ਉਹ ਦੇਸ਼ ਉਠਾ ਰਹੇ। ਅਸੀਂ ਉਹਨਾਂ ਨੇ ਇਹਨਾਂ ਸਾਇੰਸ ਦਾ ਫਾਇਦਾ ਉਠਾ ਕੇ ਆਪਣੀ ਤਰੱਕੀ ਕਰ ਲਈ ਹੈ, ਅਤੇ ਅਸੀਂ ਮਜ਼ਹਬਾਂ ਧਰਮਾਂ ਵਾਲੇ ਦੇਸ਼ਾਂ ਵਿੱਚੋਂ ਅਸੀਂ ਪੈਸੇ ਖਰਚ ਕੇ ਉੱਧਰ ਨੂੰ ਭੱਜੇ ਹੋਏ ਹਾਂ। ਅਸੀਂ ਇਹ ਨਹੀਂ ਸੋਚ ਰਹੇ ਹਾਲੇ ਵੀ ਇਹਨਾਂ ਮਜ਼ਹਬਾਂ ਧਰਮਾਂ ਨੇ ਸਾਨੂੰ ਬੈਕਵਰਡ ਰੱਖਿਆ, ਸਾਨੂੰ ਪਿਛਾਂ ਖਿੱਚ ਕੇ ਰੱਖਿਆ। ਉਹਨਾਂ ਨੇ ਪਹਿਲਾਂ ਛੱਡ ਤੇ, ਉਹਨਾਂ ਨੇ ਸਾਇੰਸ ਦਾ ਲੜ ਪਹਿਲਾਂ ਫੜ ਲਿਆ, ਉਹ ਤਰੱਕੀ ਕਰ ਗਏ। ਅਸੀਂ ਹਾਲੇ ਉੱਥੇ ਹੀ ਬੈਠੇ ਹੋਏ ਹਾਂ, ਅਤੇ ਇਸ ਕਰਕੇ ਅਸੀਂ ਸਾਡੀ ਤਰੱਕੀ ਜਿਹੜੀ ਉਹ ਨਹੀਂ ਕਰ ਰਹੇ। ਮੇਰੇ ਮਨ 'ਚ ਇੱਕ ਹੋਰ ਸਵਾਲ ਆ ਰਿਹਾ ਸੀ, ਜਿਵੇਂ ਤੁਸੀਂ ਕੁਛ ਧਰਮਾਂ ਦੀ ਗੱਲ ਕੀਤੀ ਹੈ, ਹੈ ਨਾ ਜੀ, ਉਹਦੇ ਵਿੱਚੋਂ ਤੁਸੀਂ ਸਿੱਖੀ ਨੂੰ ਛੱਡ ਗਏ ਵੀ ਰੱਬ ਬਾਰੇ ਉਹਨਾਂ ਨੇ ਆ ਕਿਹਾ ਉਹ ਕਿਹਾ, ਤਾਂ ਕੀ ਲੱਗਦਾ ਆ ਸਿੱਖੀ ਦੇ ਵਿੱਚ ਰੱਬ ਬਾਰੇ ਕੀ ਵਿਚਾਰ ਆ? ਜਿਵੇਂ ਬਾਬੇ ਨਾਨਕ ਬਾਰੇ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਕਿਹਾ ਸੀ ਰੱਬ ਇੱਕ ਆ, ਤਾਂ ਉਹਨਾਂ ਬਾਰੇ ਕੀ ਤੁਸੀਂ ਕਹੋਗੇ? ਤੁਸੀਂ ਇਕੱਲੀ ਸਿੱਖੀ ਦੇ ਬਾਰੇ ਗੱਲ ਕਰਨਾ ਚਾਹੁੰਦੇ? ਸਿੱਖੀ ਦਾ ਮਤਲਬ ਸਿੱਖ ਧਰਮ, ਕਿਉਂਕਿ ਇਹ ਜਿਹੜੇ ਸ਼ਬਦ ਹੈ ਨਾ, ਸਿੱਖ, ਸਿੱਖੀ, ਸਿੱਖ ਧਰਮ, ਇਹਨਾਂ ਦੇ ਬਾਰੇ ਵੀ ਪਿੱਛੇ ਬਹੁਤ ਕੁਛ ਹੈਗਾ। ਖੈਰ ਤੁਸੀਂ ਤੁਹਾਡਾ ਜੋ ਜਿਹਨੂੰ ਅਸੀਂ ਸਿੱਖ ਧਰਮ ਕਹਿ ਦਈਏ ਕਿ ਸੰਸਾਰ ਦੇ ਵੈਸੇ ਤਾਂ 4000 ਧਰਮ ਨੇ, ਮਜ਼ਹਬ ਨੇ, ਉਹਨਾਂ ਦੇ ਵਿੱਚੋਂ ਜਿਹੜੇ ਪ੍ਰਮੁੱਖ ਹੈ, ਸਭ ਤੋਂ ਜ਼ਿਆਦਾ ਗਿਣਤੀ ਵਾਲਾ ਹਾਲੇ ਵੀ ਕ੍ਰਿਸਚੈਨਿਟੀ ਨੂੰ, ਈਸਾਈ ਮਤ ਨੂੰ ਲਾਇਆ ਜਾਂਦਾ। ਦੂਜੇ ਨੰਬਰ 'ਤੇ ਇਸਲਾਮ ਹੈ, ਅਤੇ ਤੀਜੇ ਨੰਬਰ 'ਤੇ ਹੁਣ ਗਿਣਤੀ ਹੋ ਗਈ ਹੈ ਜਿਹੜੇ ਕਿਸੇ ਮਜ਼ਹਬ ਧਰਮ ਨੂੰ ਨਹੀਂ ਮੰਨਦੇ। ਮਜ਼ਹਬਾਂ ਧਰਮਾਂ ਨੂੰ ਨਾ ਮੰਨਣ ਵਾਲਿਆਂ ਦੇ ਵੀ ਉਹਦੇ ਕੋਈ ਜਿਹੜਾ ਹੈਗਾ 14-15 ਜਿਹੜਾ ਲਾ ਲਓ ਵੀ ਅਰਬ ਬੰਦੇ ਹੈਗੇ ਨੇ ਸੰਸਾਰ ਦੇ ਵਿੱਚ, ਅਰਬ ਨਹੀਂ ਸੌਰੀ ਮਤਲਬ ਕਰੋੜ ਬੰਦੇ ਹੈਗੇ ਨੇ, 14-15 ਕਰੋੜ ਬੰਦੇ। ਹਾਂਜੀ, ਅਤੇ ਹੁਣ ਚਲੋ ਲਗਾ ਲਓ ਆਪਾਂ ਵੀ ਲਗਾਉਣਾ ਹੋਵੇ ਵੀ ਸਿੱਖ ਧਰਮ ਜਿਹੜਾ ਹੈ ਤਕਰੀਬਨ ਉਸ ਤੋਂ ਅੱਗੇ ਹਿੰਦੂ ਧਰਮ ਨੂੰ ਛੱਡ ਕੇ ਅਤੇ ਬੁੱਧ ਧਰਮ ਨੂੰ ਛੱਡ ਕੇ ਸਿੱਖ ਧਰਮ ਆ ਜਾਂਦਾ ਹੈਗਾ, 5ਵਾਂ-6ਵਾਂ ਜਿਹੜਾ ਧਰਮ ਸਿੱਖ ਧਰਮ ਬਣਦਾ। ਹੁਣ ਸਵਾਲ ਤੁਹਾਡਾ ਇਹ ਬਣਦਾ ਹੈਗਾ, ਤੁਸੀਂ ਕੀਤਾ ਹੈਗਾ ਕਿ ਸਿੱਖ ਧਰਮ ਦੇ ਵਿੱਚ ਰੱਬ ਦਾ ਕਨਸੈਪਟ ਕੀ ਹੈ, ਰੱਬ ਦਾ ਸੰਕਲਪ ਕੀ ਹੈਗਾ? ਇਹ ਸੰਕਲਪ ਜਿਹੜਾ ਸਾਨੂੰ ਮਿਲੇਗਾ ਤਾਂ ਗੁਰਬਾਣੀ ਦੇ ਵਿੱਚ, ਹੋਰ ਕੋਈ ਸੋਮਾ ਨਹੀਂ ਹੈ ਸਿੱਖ ਧਰਮ ਦੇ ਵਿੱਚ ਜਿੱਥੋਂ ਅਸੀਂ ਰੱਬ ਦਾ ਜਿਹੜਾ ਸੰਕਲਪ ਹੈ ਉਹ ਅਸੀਂ ਲੈ ਸਕੀਏ। ਹੁਣ ਜੇ ਅਸੀਂ ਗੁਰਬਾਣੀ ਦੀ ਵਰਡਿੰਗ ਹੈ, ਉਹਦੇ ਦੀ ਸ਼ਬਦਾਵਲੀ ਨੂੰ ਲਈਏ ਅਤੇ ਉੱਥੇ ਰੱਬ ਦੇ ਵਾਸਤੇ ਕਈ ਸ਼ਬਦ ਆਉਂਦੇ ਨੇ। ਰੱਬ ਵੀ ਆਉਂਦਾ, ਖੁਦਾ ਵੀ ਆਉਂਦਾ, ਅੱਲਾ ਵੀ ਆਉਂਦਾ ਹੈ, ਰਾਮ ਸ਼ਬਦ ਬਹੁਤ ਵਰਤਿਆ ਗਿਆ, ਪਰਮੇਸ਼ਰ ਸ਼ਬਦ ਵਰਤਿਆ ਗਿਆ, ਜਗਦੀਸ਼ ਹੈ, ਪਤੰਬਰ ਹੈ, ਇਹੋ ਜਿਹੇ ਜਿਹੜੇ ਹੈਗੇ ਕੋਈ ਕਾਫੀ ਸਾਰੇ ਨਾਮ ਜਿਹੜੇ ਉਹ ਜਿਹੜੇ ਰੱਬ ਦੇ ਵਾਸਤੇ ਵਰਤੇ ਗਏ ਜਿਹੜੇ। ਪਰ ਇਹ ਸ਼ਬਦ ਸਾਰੇ ਹੈਗੇ ਜਿਹੜੇ ਬਾਕੀ ਧਰਮਾਂ ਦੇ ਵਿੱਚ ਵਰਤੇ ਗਏ। ਹੁਣ ਇੱਥੋਂ ਇੱਕ ਗੱਲ ਇਹ ਆਉਂਦੀ ਹੈਗੀ ਆ ਕਿ ਗੁਰਬਾਣੀ ਦੇ ਵਿੱਚ ਕੋਈ ਰੱਬ ਦਾ ਇਹ ਸਿੱਧਾ ਮੈਂ ਕੱਢਣਾ ਹੋਵੇ ਉਹਦਾ ਸਿੱਟਾ ਕਿ ਗੁਰਬਾਣੀ ਵਿੱਚ ਰੱਬ ਦਾ ਸੰਕਲਪ ਦਿੱਤਾ ਹੀ ਨਹੀਂ ਗਿਆ। ਦਿੱਤਾ ਕਿਵੇਂ ਨਹੀਂ ਗਿਆ ਹੈਗਾ ਕਿ ਗੁਰਬਾਣੀ ਜਿਹੜੀ ਹੈ ਉਹ ਇੱਕ, ਜਦੋਂ ਤੁਸੀਂ ਜਿੱਦਾਂ ਸ਼ਬਦ ਬਹੁਤ ਵਧੀਆ ਵਰਤਿਆ ਕਿ ਇੱਕ ਹੈ, ਅਤੇ ਹੁਣ ਜੇ ਬਾਕੀ ਜੇ 4000 ਮਜ਼ਹਬ ਧਰਮ ਨੇ ਅਤੇ ਹਰ ਇੱਕ ਦਾ ਤਾਂ ਰੱਬ ਅਲੱਗ-ਅਲੱਗ ਹੈਗਾ। ਇਹਦਾ ਮਤਲਬ ਜੇ ਮਜ਼ਹਬਾਂ ਧਰਮਾਂ ਦੇ ਮਗਰ ਜਾਈਏ ਅਤੇ ਉਹ ਤਾਂ ਉਹਦੇ ਵਿੱਚ 4000 ਰੱਬ ਹੋਣੇ ਚਾਹੀਦੇ ਆ, ਜਾਂ ਅਲੱਗ-ਅਲੱਗ ਤਰ੍ਹਾਂ ਦੇ 4000 ਇਸ਼ਟ ਹੋਣੇ ਚਾਹੀਦੇ ਜਿਨ੍ਹਾਂ ਦੀ ਲੋਕ ਉਹ ਧਰਮ ਪੂਜਾ ਕਰਦੇ ਆ। ਜੇ ਗੁਰੂ ਨਾਨਕ ਸਾਹਿਬ ਨੇ ਜਾਂ ਸਿੱਖ ਧਰਮ ਕੋਈ ਬਣਾਇਆ ਸੀ ਜਾਂ ਕਿਸੇ ਹੋਰ ਗੁਰੂ ਸਾਹਿਬ ਨੇ ਬਣਾਇਆ ਸੀਗਾ, ਅਤੇ ਇਹਦਾ ਮਤਲਬ ਉਹਨਾਂ ਨੇ ਫਿਰ ਇੱਕ ਰੱਬ ਵੀ ਪੈਦਾ ਕੀਤਾ ਹੋਏਗਾ, ਰੱਬ ਵੀ ਪੈਦਾ ਕੀਤਾ ਹੋਏਗਾ ਜੇ ਅਲੱਗ ਧਰਮ ਹੈ ਤਾਂ। ਹੁਣ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਸਿੱਖ ਧਰਮ ਦੇ ਮੰਨਣ ਵਾਲਿਆਂ ਵਾਸਤੇ ਅਤੇ ਦੂਜੇ ਲੋਕਾਂ ਵਾਸਤੇ।
ਇੱਕ ਕਿਉਂਕਿ ਇਹ ਕੰਟਰੋਵਰਸੀ ਦਾ ਜਿਹੜਾ ਵਿਵਾਦ ਦਾ ਵਿਸ਼ਾ ਹੈਗਾ ਕਿ ਗੁਰੂ ਨਾਨਕ ਸਾਹਿਬ ਨੇ ਮਜ਼ਹਬ ਧਰਮ ਚਲਾਇਆ ਸੀ ਕਿ ਨਹੀਂ ਚਲਾਇਆ ਸੀ। ਜਿੱਦਾਂ ਹੁਣ ਮੈਂ ਸਾਬਤ ਕਰਨਾ ਤਾਂ ਮੈਂ ਕਹੂੰਗਾ ਵੀ ਗੁਰੂ ਨਾਨਕ ਸਾਹਿਬ ਨੇ ਕੋਈ ਮਜ਼ਹਬ ਧਰਮ ਨਹੀਂ ਚਲਾਇਆ। ਜੇ ਉਹਨਾਂ ਨੇ ਮਜ਼ਹਬ ਧਰਮ ਨਹੀਂ ਚਲਾਇਆ ਤਾਂ ਇਹਦਾ ਮਤਲਬ ਰੱਬ ਦਾ ਕਨਸੈਪਟ ਵੀ ਨਹੀਂ ਉਹਨਾਂ ਨੇ ਨਹੀਂ ਦਿੱਤਾ ਹੈਗਾ। ਜੇ ਉਹਨਾਂ ਨੇ ਰੱਬ ਦਾ ਕਨਸੈਪਟ ਨਹੀਂ ਦਿੱਤਾ ਇਹਦਾ ਮਤਲਬ ਰੱਬ ਦੇ ਕਨਸੈਪਟ ਨੂੰ ਰਿਜੈਕਟ ਕੀਤਾ। ਗੁਰਬਾਣੀ ਤਾਂ ਕਹਿੰਦੀ ਹੈ ਨਾ ਹਮ ਹਿੰਦੂ ਨਾ ਮੁਸਲਮਾਨ। ਹਾਂਜੀ, ਔਰ ਜਪ ਬਾਣੀ ਜਾਂ ਜਪਜੀ ਸਾਹਿਬ ਜਿਸ ਨੂੰ ਅਸੀਂ ਕਹਿੰਦੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਮੰਨੇ ਮੱਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ। ਧਰਮ ਦਾ ਮਤਲਬ ਹੈਗਾ ਨੈਤਿਕਤਾ। ਇੱਥੇ ਧਰਮ ਦਾ ਮਤਲਬ ਨੈਤਿਕਤਾ ਹੈਗਾ, ਮਜ਼ਹਬ ਨਹੀਂ। ਮੰਨੇ ਮੱਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ। ਕਿ ਜਿਹੜਾ ਉਹ ਪਰਮ ਸ਼ਕਤੀ ਹੈ, ਉਹ ਪਰਮ ਸ਼ਕਤੀ ਦੀ ਮੈਂ ਗੱਲ ਕਰਨੀ ਤੁਹਾਡੇ ਜਵਾਬ ਦੇਣ ਵਾਸਤੇ ਕਿ ਉਹ ਜਿਹੜੀ ਪਰਮ ਸ਼ਕਤੀ ਹੈ, ਜਿਹੜਾ ਉਸ ਨੂੰ ਮੰਨਦਾ, ਉਹਦੀ ਰਜ਼ਾ ਵਿੱਚ ਰਹਿੰਦਾ, ਉਹਦਾ ਮੰਨਣ ਕਰਦਾ ਹੈ, ਉਹ ਕਿਸੇ ਮੱਗ ਦਾ ਮਤਲਬ ਮਾਰਗ, ਕਿਸੇ ਮਜ਼ਹਬ ਧਰਮ ਨੂੰ ਨਹੀਂ ਮੰਨਦਾ, ਨਾ ਕਿਸੇ ਪੰਥ ਨੂੰ। ਪੰਥ ਦਾ ਮਤਲਬ ਵੀ ਮਜ਼ਹਬ ਧਰਮ, 2 ਵਾਰੀ ਰਿਪੀਟ ਕਰ ਦਿੱਤੀ ਹੈਗੀ। ਉਹਦਾ ਮਤਲਬ ਉਹਦਾ ਸੰਬੰਧ ਸਿਰਫ ਨੈਤਿਕਤਾ ਨਾਲ ਹੈ। ਇੱਕ ਚੰਗਾ ਸਦਾਚਾਰਕ ਜੀਵਨ, ਜਿਹੜਾ ਸਚਿਆਰ ਵਾਲਾ ਜੀਵਨ ਉਹਨੇ ਬਿਤਾਉਣਾ, ਅਤੇ ਉਹਨੇ ਕਿਸੇ ਮਜ਼ਹਬ ਧਰਮ ਦੇ ਮਗਰ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ, ਪਰ ਅਸੀਂ ਉਹਨੂੰ ਨਹੀਂ ਮੰਨਦੇ। ਅਸੀਂ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਮਜ਼ਹਬ ਧਰਮ ਚਲਾਇਆ ਸੀ। ਮੇਰਾ ਇਹ ਸਵਾਲ ਹੈਗਾ ਜੇ ਗੁਰੂ ਨਾਨਕ ਸਾਹਿਬ ਕਿਸੇ ਮਜ਼ਹਬ ਧਰਮ ਨੂੰ ਨਹੀਂ ਚਲਾਉਣਾ ਚਾਹੁੰਦੇ ਸੀ, ਉਹਨਾਂ ਨੇ ਮਜ਼ਹਬ ਧਰਮਾਂ ਨੂੰ ਰਿਜੈਕਟ ਕੀਤਾ ਹੈਗਾ, ਨਕਾਰਿਆ, ਅਤੇ ਫਿਰ ਉਹਨਾਂ ਨੇ ਰੱਬ ਦਾ ਸੰਕਲਪ ਵੀ ਕੋਈ ਨਹੀਂ ਦਿੱਤਾ। ਹੁਣ ਉੱਥੇ ਮੈਨੂੰ ਸਵਾਲ ਤੁਸੀਂ ਵੀ ਕਰੋਗੇ, ਬਾਕੀ ਵੀ ਕਰਨਗੇ। ਫਿਰ ਇਹ ਜਿਹੜੇ ਕਿੰਨੇ ਸਾਰੇ ਨਾਮ ਆਉਂਦੇ ਨੇ, ਰੱਬ, ਪਰਮੇਸ਼ਰ, ਪਰਮਾਤਮਾ ਦਾ ਖੈਰ ਸ਼ਬਦ ਆਇਆ ਨਹੀਂ ਗੁਰਬਾਣੀ ਵਿੱਚ, ਅਤੇ ਬਾਕੀ ਜਿਹੜੇ ਨਾਮ ਆ ਰਹੇ ਨੇ ਉਹ ਫਿਰ ਕਿਉਂ ਆ ਰਹੇ ਨੇ? ਉਹਦਾ ਮੈਂ ਜਵਾਬ ਦੇਵਾਂਗਾ ਕਿ ਜੋ ਸਾਹਿਤ ਹੈ, ਜਿੱਦਾਂ ਕਵਿਤਾ ਹੈ, ਜਾਂ ਆਮ ਜੀਵਨ ਦੇ ਵਿੱਚ ਵੀ ਅਸੀਂ ਮੈਟਾਫਰ, ਸਿਮਲੀ, ਉਪਮਾਵਾਂ ਵਰਤਦੇ ਹਾਂ। ਉਪਮਾ ਵਰਤਦੇ ਹਾਂ। ਹੁਣ ਇੱਕ ਬੜੀ ਉਸ ਗੱਲ ਨੂੰ, ਮੇਰੀ ਗੱਲ ਨੂੰ ਨੈਗੇਟਿਵ ਨਾ ਲਿਆ ਜਾਵੇ। ਅੱਜ ਗੁਰੂ ਨਾਨਕ ਸਾਹਿਬ ਅੱਜ ਤੋਂ 500 ਸਾਲ ਪਹਿਲਾਂ ਹੋਏ ਨੇ। 500 ਸਾਲ ਪਹਿਲਾਂ ਜੋ ਸਾਡਾ ਸਮਾਜ ਸੀ ਉਸ ਵੇਲੇ, ਉਹਦੇ ਵਿੱਚ ਇਹ ਗੱਲ ਕਹਿਣੀ ਕਿ ਰੱਬ ਨਹੀਂ ਹੁੰਦਾਗਾ, ਜਿਹੜਾ ਅੱਜ ਤਾਂ ਅਸੀਂ ਬੜੇ ਆਮ ਕਹਿ ਦਿੰਦੇ ਹਾਂ ਨਾ, ਬਹੁਤ ਸਾਰੇ ਲੋਕ ਨੇ, ਮੈਂ ਤੁਹਾਨੂੰ ਦੱਸਿਆ ਬੜੀ ਗਿਣਤੀ ਹੈਗੀ ਆ ਵੀ ਜਿਹੜੇ ਰੱਬ ਨੂੰ ਨਹੀਂ ਮੰਨਦੇ। ਗੁਰੂ ਨਾਨਕ ਦੇ ਸਾਹਿਬ ਦੇ ਤੁਸੀਂ ਇਹ ਕਹਿ ਕੇ ਤੇ ਗਲੀ ਦੇ ਵਿੱਚ ਨਹੀਂ ਲੰਘ ਸਕਦੇ ਸੀਗੇ। ਤੁਹਾਨੂੰ ਉਹ ਜਿੰਦਾ ਨਹੀਂ ਕੁਛ, ਮਤਲਬ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਸੀ, ਤੁਸੀਂ ਬਿਲਕੁਲ ਹੀ ਖਤਮ ਹੋ ਸਕਦੇ ਸੀਗੇ। ਇਹ ਨਹੀਂ ਕਹਿ ਸਕਦੇ ਸੀਗੇ, ਪਰ ਕਿਉਂਕਿ ਜਿਹੜੀ ਉਹਨਾਂ ਦੀ ਰਚਨਾ ਹੈ ਉਹ ਹੈਗੀ ਕਵਿਤਾ ਦੇ ਵਿੱਚ, ਉਹਨਾਂ ਨੇ ਉਪਮਾਵਾਂ, ਮੈਟਾਫਰ ਵਰਤ ਕੇ ਤੇ ਇਹ ਨਾਮ ਵਰਤੇ ਨੇ ਰੱਬ। ਜਿੱਦਾਂ ਮੈਂ ਉਦਾਹਰਨ ਪਹਿਲਾਂ ਵੀ ਦੇ ਦੀ ਕਈ ਵਾਰੀ ਕਿ ਮਾਂ ਕਹਿੰਦੀ ਹੈ ਜੀ ਮੇਰਾ ਪੁੱਤ ਸ਼ੇਰ ਹੈ, ਤੇ ਉਹ ਸ਼ੇਰ ਦਾ ਮਤਲਬ ਮੇਰਾ ਪੁੱਤ ਬੜਾ ਬਹਾਦਰ ਹੈ, ਬੜਾ ਤਾਕਤਵਰ ਹੈ, ਤੇ ਉਹਦੇ ਵਾਸਤੇ ਉਪਮਾ ਵਰਤੀ ਹੈ, ਮੈਟਾਫਰ ਵਰਤਿਆ ਕਿ ਇਹ ਸ਼ੇਰ ਹੈ। ਸ਼ੇਰ ਤਾਂ ਹੁੰਦਾ ਨਹੀਂ ਹੈ, ਜਿੱਦਾਂ ਅਸੀਂ ਸ਼ੇਰੇ ਪੰਜਾਬ ਨੂੰ ਵੀ ਅਸੀਂ ਸ਼ੇਰ ਕਹਿ ਦਿੰਦੇ ਹਾਂ, ਬਾਕੀਆਂ ਵਾਸਤੇ ਵੀ ਇਹੋ ਜਿਹੇ ਸ਼ਬਦ ਜਿਹੜੇ ਵਰਤਦੇ ਹਾਂ। ਇਹ ਜਿਹੜੀ ਉਪਮਾ ਹੈ, ਇਹ ਜਿਹੜਾ ਮੈਟਾਫਰ, ਸਿਮਲੀ ਹੈ, ਇਹ ਵਰਤੀਆਂ ਗਈਆਂ ਨੇ ਗੁਰਬਾਣੀ ਦੇ ਵਿੱਚ। ਕਿਉਂਕਿ ਜੇ ਉਹ ਸਿੱਧਾ ਕਹਿ ਦਿੰਦੇ ਨੇ ਵੀ ਰੱਬ ਨਹੀਂ ਹੈਗਾ, ਤੇ ਰੱਬ ਦੇ ਇਹਦਾ ਮਤਲਬ ਜਦੋਂ ਅਸੀਂ ਇਹ ਕਹਾਂਗੇ ਵੀ ਰੱਬ ਨਹੀਂ, ਗੁਰੂ ਨਾਨਕ ਸਾਹਿਬ ਰੱਬ ਮੈਂ ਕਹਿਣਾ ਹੈ, ਮੈਂ ਇਹ ਸਾਬਤ ਵੀ ਕਰ ਸਕਦਾ ਜਾਂ ਇਹ 'ਤੇ ਮੈਂ ਜ਼ੋਰ ਦਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਉਹ ਰੱਬ ਨਹੀਂ ਮੰਨਿਆ ਜਿਹੜਾ ਬਾਕੀ ਮਜ਼ਹਬਾਂ ਧਰਮਾਂ ਨੇ ਉਹ ਪੇਸ਼ ਕਰਦੇ ਨੇ। ਉਹਨਾਂ ਨੇ ਇਹ ਸ਼ਬਦ ਵਰਤੇ ਨੇ, ਤੇ ਫਿਰ ਇਹ ਸ਼ਬਦ ਕਿਹਦੇ ਵਾਸਤੇ ਵਰਤੇ ਨੇ? ਇਹ ਬਹੁਤ ਵੱਡਾ ਸਵਾਲ ਆਏਗਾ ਵੀ ਜੇ ਗੁਰਬਾਣੀ ਵਿੱਚ ਸ਼ਬਦ ਆ ਰਹੇ ਨੇ, ਰੱਬ ਵਾਲਾ ਸ਼ਬਦ ਆ ਰਿਹਾ, ਅੱਲਾਹ ਦਾ ਆ ਰਿਹਾ, ਰਾਮ ਦਾ ਆ ਰਿਹਾ, ਬਾਕੀ ਆ ਰਹੇ ਨੇ, ਫਿਰ ਉਹ ਕਿਹਦੇ ਵਾਸਤੇ ਵਰਤ ਰਹੇ? ਉਹਦੇ ਵਾਸਤੇ ਮੇਰਾ ਜਵਾਬ ਹੈ ਕਿ ਇਹ ਬ੍ਰਹਮੰਡੀ ਨਿਯਮ ਤੰਤਰ, ਇਹ ਸਾਰਾ ਬ੍ਰਹਮੰਡ ਹੈ, ਇਹ ਬ੍ਰਹਮੰਡ ਨਿਯਮਾਂ ਦੇ ਆਧਾਰ 'ਤੇ ਚੱਲ ਰਿਹਾ ਹੈ। ਮਤਲਬ ਇਹ ਇੱਕ ਵੱਡਾ ਸਿਸਟਮ ਹੈ, ਇਹਨੂੰ ਸਿਸਟਮ ਨੂੰ ਅਸੀਂ ਨਿਯਮ ਤੰਤਰ ਕਹਿੰਦੇ। ਔਰ ਇਸ ਗੱਲ ਨੂੰ ਸਾਬਤ ਕਰ ਦਿੱਤਾ ਅੱਜ ਵਿਗਿਆਨ ਨੇ। ਜੋ ਵਿਗਿਆਨ ਸਾਡੇ ਸਾਹਮਣੇ ਯੂਨੀਵਰਸ ਪੇਸ਼ ਕਰ ਰਿਹਾ ਹੈਗਾ, ਉਹ ਸਾਰੇ ਦੀ ਸਾਰੀ ਜਿਹੜੀ ਹੈ ਨਿਯਮ ਤੰਤਰ ਹੈ, ਇੱਕ ਕਾਸਮਿਕ ਆਰਡਰ ਜਾਂ ਬ੍ਰਹਮੰਡੀ ਨਿਯਮ ਤੰਤਰ ਹੈ। ਗੁਰੂ ਨਾਨਕ ਸਾਹਿਬ ਨੇ ਜੋ ਪਰੰਪਰਾਗਤ ਰੱਬ ਦਾ ਜਾਂ ਪਰਮਾਤਮਾ ਦਾ ਕਨਸੈਪਟ ਚੱਲਦਾ ਆ ਰਿਹਾ ਸੀ, ਉਹਨੂੰ ਰਿਜੈਕਟ ਕਰਕੇ, ਇੱਕ ਪਾਸੇ ਕਰਕੇ, ਉਹਨਾਂ ਨੇ ਇਹ ਬ੍ਰਹਮੰਡ ਨੂੰ ਸਾਡੇ ਸਾਹਮਣੇ ਰੱਖਿਆ। ਇਹਦਾ ਮਤਲਬ ਉਹਨੇ ਇੱਕ ਵਿਕਲਪ ਦਿੱਤਾ ਹੈਗਾ, ਵਿਕਲਪਤਾ ਦੇ ਰਹੇ ਨੇ ਬ੍ਰਹਮੰਡ ਦਾ, ਤੇ ਨਾਮ ਉਹਦਾ ਜਿਹੜਾ ਉਪਮਾ ਦੇ ਤੌਰ 'ਤੇ ਨਾਮ ਉਸ ਨੂੰ ਰੱਬ ਵੀ ਕਹਿ ਰਹੇ ਨੇ, ਰਾਮ ਵੀ ਕਹਿ ਰਹੇ ਨੇ। ਇੱਥੇ ਆ ਜਾਂਦਾ ਤੁਹਾਡਾ ਕੁਦਰਤ ਵਾਲਾ ਸਵਾਲ ਦਾ ਜਵਾਬ ਇੱਥੇ ਆਉਂਦਾ ਕਿ ਜਿਹੜਾ ਵੀ ਕਨਸੈਪਟ ਗੁਰੂ ਨਾਨਕ ਸਾਹਿਬ ਦਾ ਬ੍ਰਹਮੰਡੀ ਨਿਯਮ ਤੰਤਰ ਦੇ ਬਾਰੇ ਹੈ, ਇਸੇ ਨੂੰ ਉਹ ਕਹਿੰਦੇ ਆ ਵੀ ਬਲਿਹਾਰੀ ਕੁਦਰਤ ਵਸਿਆ, ਕਿ ਬ੍ਰਹਮੰਡ ਦੀ ਇੱਕ ਛੋਟੇ ਤੋਂ ਛੋਟਾ ਐਟਮ, ਉਸ ਤੋਂ ਵੀ ਛੋਟਾ ਜਿਹੜਾ ਕੁਆਰਟਜ਼ ਹੈ, ਜਿਹੜਾ ਹੈਗਾ ਕੁਆਂਟਮ ਹੈ, ਉਹ ਤੋਂ ਲੈ ਕੇ ਸਾਰੀ ਵੱਡੀ ਪੂਰੀ ਯੂਨੀਵਰਸ ਤੱਕ ਇੱਕ ਸਿਸਟਮ ਦੇ ਵਿੱਚ ਚੱਲ ਰਿਹਾ, ਨਿਯਮਾਂ ਦੇ ਵਿੱਚ ਚੱਲ ਰਿਹਾ। ਉਹ ਨਿਯਮਾਂ ਦਾ ਜਿਹੜਾ ਤਾਣਾ ਬਾਣਾ ਹੈਗਾ, ਉਸੇ ਨੂੰ ਗੁਰੂ ਸਾਹਿਬ ਨੇ ਇੱਕੋ ਕਿਹਾ ਹੈਗਾ, ਉਹੀ ਇੱਕੋ ਹੈ। ਜੇ 4000 ਮਜ਼ਹਬਾਂ ਧਰਮਾਂ ਦੇ ਰੱਬ ਲੈਣੇ ਹੋ ਤਾਂ ਫਿਰ 4000 ਹੀ ਹੋਣਗੇ, ਤੇ ਇੱਕੋ ਕੌਣ ਹੈਗਾ? ਇਹ ਬ੍ਰਹਮੰਡ।
ਔਰ ਬ੍ਰਹਿਮੰਡ ਕਿਵੇਂ ਚੱਲ ਰਿਹਾ ਹੈ? ਇੱਕ ਨਿਯਮ ਤੰਤਰ ਵਿੱਚ ਚੱਲ ਰਿਹਾ, ਸਿਸਟਮ ਦੇ ਵਿੱਚ ਚੱਲ ਰਿਹਾ। ਸਿਸਟਮ ਦੀ ਉਦਾਹਰਨ ਤੁਸੀਂ ਲੈਣੀ ਹੋਵੇ ਤਾਂ ਤੁਹਾਡਾ ਆਪਣਾ ਸਰੀਰ ਹੈ, ਤੁਹਾਡਾ ਸਰੀਰ ਹੈ, ਇਹ ਸਾਰਾ ਇੱਕ ਸਿਸਟਮ ਹੈ। ਕਿ ਕੋਈ ਵੀ ਸਿਸਟਮ ਹੁੰਦਾ ਉਹਦੇ ਵਿੱਚ ਅੱਗੇ ਸਬ ਸਿਸਟਮ ਹੁੰਦੇ ਨੇ, ਹਰ ਸਬ ਸਿਸਟਮ ਦੇ ਵਿੱਚ ਇੱਕ ਹੋਰ ਅੱਗੇ ਸਬ ਸਿਸਟਮ ਹੁੰਦੇ ਨੇ, ਉਹਦੇ ਵਿੱਚ ਅੱਗੇ ਸਬ ਸਿਸਟਮ ਹੁੰਦੇ ਨੇ। ਤੁਸੀਂ ਸ਼ੁਰੂ ਕਰ ਲਓ ਸਾਰੇ ਬ੍ਰਹਿਮੰਡ ਤੋਂ। ਬ੍ਰਹਿਮੰਡ ਦਾ ਇੱਕ ਸਾਰਾ ਇੱਕ ਸਿਸਟਮ ਚੱਲ ਰਿਹਾ, ਉਹਦੇ ਵਿੱਚ ਬਹੁਤ ਸਾਰੀਆਂ ਗਲੈਕਸੀਜ਼ ਨੇ, ਹਰ ਗਲੈਕਸੀ ਦੇ ਵਿੱਚ ਬਹੁਤ ਸਾਰੇ ਸੋਲਰ ਸਿਸਟਮ ਨੇ, ਹਰ ਸੋਲਰ ਸਿਸਟਮ ਦੇ ਵਿੱਚ ਬਹੁਤ ਸਾਰੇ ਗ੍ਰਹਿ ਹੈਗੇ ਨੇ। ਹਰ ਗ੍ਰਹਿ ਦੇ ਉੱਤੇ ਜਿਹੜੇ ਕੋਈ ਜੀਵ ਜੰਤੂ ਜਾਂ ਨਹੀਂ ਵੀ ਜੀਵ ਜੰਤੂ, ਉੱਥੇ ਜਿਹੜਾ ਹੈਗਾ ਉੱਥੇ ਮੈਟਰ ਤਾਂ ਹੈਗਾ ਹੀ ਹੈ ਨਾ। ਹਾਂ, ਜਿਹੜਾ ਮੈਟਰ ਹੈ ਉਹਨੂੰ ਅਸੀਂ ਤੋੜੀ ਜਾਓ ਤੋੜੀ ਜਾਓ ਤੋੜੀ ਜਾਓ, ਤਾਂ ਸਭ ਤੋਂ ਛੋਟਾ ਉਹਦੇ ਵਿੱਚ ਜਿਹੜਾ ਕਣ ਹੈ ਉਹਨੂੰ ਅਸੀਂ ਮੋਲੀਕਿਊਲ ਕਹਿ ਦਿੰਦੇ ਹਾਂ ਜਾਂ ਐਟਮ ਕਹਿ ਦਿੰਦੇ ਹਾਂ। ਅੱਜ ਉਹਦੇ ਅੱਗੇ ਵੀ ਫਰਦਰ ਜਿਹੜੇ ਪਾਰਟ ਬਣ ਗਏ ਹੋਏ, ਜੇ ਅਸੀਂ ਮੋਲੀਕਿਊਲ ਵੀ ਲੈ ਲਈਏ, ਐਟਮ ਵੀ ਲੈ ਲਈਏ, ਉਹਦੇ ਵਿੱਚ ਵੀ ਪ੍ਰੋਟੋਨ, ਨਿਊਟਰੋਨ, ਇਲੈਕਟ੍ਰੋਨ ਉਹਦੇ ਵਿੱਚ ਗੇੜੇ ਲਾ ਰਹੇ ਨੇ, ਉਹਦੇ ਵਿੱਚ ਚੱਲ ਰਹੇ ਹੈਗੇ ਜਾਂ ਉੱਥੇ ਬੈਠੇ ਹੋਏ ਨੇ। ਇਹਦਾ ਮਤਲਬ ਉਸ ਮੋਲੀਕਿਊਲ ਤੋਂ ਲੈ ਕੇ ਸਾਰੇ ਬ੍ਰਹਿਮੰਡ ਤੱਕ ਜਾਓ, ਇਹ ਨਿਯਮਾਂ ਦੇ ਵਿੱਚ ਬੱਝਾ ਹੋਇਆ ਇੱਕ ਸਿਸਟਮ ਚੱਲ ਰਿਹਾ ਹੈਗਾ। ਉਹਦੇ 'ਚ ਛੋਟੇ ਸਿਸਟਮ, ਉਹਨਾਂ 'ਚ ਛੋਟੇ ਸਿਸਟਮ, ਉਹ 'ਚ ਛੋਟੇ ਸਿਸਟਮ, ਉਹਦੇ ਛੋਟੇ ਸਿਸਟਮ। ਸਾਡੇ ਸਰੀਰ ਦਾ, ਸਾਡਾ ਦੇਖਣ ਨੂੰ ਅਸੀਂ ਇੱਕ ਸਰੀਰ ਹੈ, ਮੇਰਾ ਸਰੀਰ ਹੈ, ਤੁਹਾਡਾ ਸਰੀਰ ਹੈ, ਹੋਰ ਕਿਸੇ ਦਾ। ਉਹਦੇ 'ਚ ਹੱਥ, ਪੈਰ, ਅੱਖਾਂ, ਨੱਕ, ਕੰਨ ਜਿਹੜੇ ਹੈ ਸਾਡੇ ਜਿਹੜਾ ਸਾਰੇ ਸਿਸਟਮ ਨੇ, ਹੱਡੀਆਂ ਨੇ, ਇਹ ਸਾਡੇ ਅਲੱਗ-ਅਲੱਗ ਪਾਰਟ ਨੇ, ਜਿਵੇਂ ਸਾਰੇ ਯੂਨੀਵਰਸ ਦੇ ਵਿੱਚ ਹੈਗੇ ਨੇ। ਅਤੇ ਉਹਦੇ ਵਿੱਚ ਫਿਰ ਜੇ ਤੁਸੀਂ ਅੱਖ ਨੂੰ ਇਕੱਲੀ ਨੂੰ ਲੈ ਲਿਓ, ਸਾਡੇ ਸਾਰੇ ਅਸੀਂ ਅੱਖ ਨੂੰ ਕੱਢ ਕੇ ਬਾਹਰ ਨਹੀਂ ਰੱਖ ਸਕਦੇ। ਅੱਖ ਉਹਨਾਂ 'ਚ ਰੱਖਿਆ ਜਿਹਨਾਂ ਸਾਡੇ ਸਰੀਰ ਦੇ ਵਿੱਚ ਜੁੜੀ ਹੋਈ ਹੈ ਅਤੇ ਫੰਕਸ਼ਨ ਕਰ ਰਹੀ ਹੈਗੀ। ਇੱਦਾਂ ਬਾਕੀ ਬਾਡੀ ਦੇ ਬਾਕੀ ਜਿਹੜੇ ਅੰਗ ਹੈਗੇ ਨੇ, ਹਰ ਅੰਗ ਆਪਣੇ ਆਪ 'ਚ ਇਹਦੇ ਆਪਣੇ ਅੱਗੇ ਹੋਰ ਬੜੇ ਸਿਸਟਮ ਨੇ। ਜੇ ਅੱਖਾਂ ਵੱਲ ਦੇ ਡਾਕਟਰਾਂ ਕੋਲ ਚਲੇ ਜਾਓ ਤਾਂ ਅੱਖਾਂ ਦੇ ਡਾਕਟਰ ਵੀ ਤੁਹਾਨੂੰ ਕਈ ਤਰ੍ਹਾਂ ਦੇ ਮਿਲਣਗੇ। ਕੋਈ ਕਿਸੇ ਪਾਸੇ ਚੀਜ਼ ਨੂੰ ਡੀਲ ਕਰ ਰਿਹਾ, ਕੋਈ ਦੂਜੀ ਕਿਸੇ ਚੀਜ਼ ਨੂੰ ਡੀਲ ਕਰ ਰਿਹਾ, ਕਿਸੇ ਚੀਜ਼ ਨੂੰ ਡੀਲ ਕਰ ਰਿਹਾ। ਗੁਰਬਾਣੀ ਚਾਹੁੰਦਾ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਪਿੰਡ ਦਾ ਮਤਲਬ ਬਾਡੀ ਆਪਣਾ ਸਰੀਰ ਵੀ ਹੋ ਸਕਦਾ, ਜਾਂ ਵੈਸੇ ਵੀ ਕੋਈ ਜਿਹੜੀ ਬੇਜਾਨ ਚੀਜ਼ ਹੈ ਉਸ ਨੂੰ ਵੀ ਅਸੀਂ ਬਾਡੀ ਕਹਿੰਦੇ ਹਾਂ। ਉਹਦੇ ਵਿੱਚ ਹੀ ਅੰਦਰ ਨਿਊਟਰੋਨ, ਪ੍ਰੋਟੋਨ, ਐਟਮ ਤਾਂ ਉਹਦੇ 'ਚ ਚੱਲ ਰਹੇ ਹੈਗੇ ਨੇ। ਉਹ ਤਾਂ ਸਾਇੰਸ ਸਾਨੂੰ ਦਿਖਾਈ ਰਹੀ ਹੈਗੀ। ਹੁਣ ਜੋ ਬ੍ਰਹਮੰਡੇ ਸੋਈ ਪਿੰਡੇ, 4 ਸ਼ਬਦ ਨੇ ਸਾਰੇ, ਇਹ ਗੁਰਬਾਣੀ 'ਚ ਆਉਂਦੇ ਨੇ। ਭਗਤ ਪੀਪਾ ਜੀ ਦੀ ਇਹ ਰਚਨਾ ਹੈਗੀ ਹੈ, ਉਹਦੇ ਵਿੱਚ ਆਉਂਦੇ ਨੇ। ਜੋ 20ਵੀਂ ਸਦੀ ਦੀ ਸਾਰੀ ਸਾਇੰਸ ਹੈ, ਫਿਜ਼ਿਕਸ ਹੈ, ਕੈਮਿਸਟਰੀ ਹੈ, ਐਸਟ੍ਰੋਨੋਮੀ ਹੈ, ਜਾਂ ਬਾਕੀ ਜਿਹੜੇ ਜਿਓਲੋਜੀ ਹੈ, ਜਾਂ ਜੋ ਵੀ ਹੈ, ਉਹ ਸਾਰੇ ਦੀ ਸਾਰੀ ਇਹ 4 ਲਾਈਨਾਂ 'ਚ ਆ ਜਾਂਦੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ। ਸਾਨੂੰ ਜਿਹੜੀ ਨਵੀਂ ਸਾਇੰਸ ਆਈ ਹੈਗੀ, ਜਿਹੜੇ ਨਿਊ ਫਿਜ਼ਿਕਸ, ਮਾਡਰਨ ਫਿਜ਼ਿਕਸ ਆਈ ਹੈ, ਉਹਨੇ ਸਾਨੂੰ ਆਹੀ ਕੁਛ ਦਿਖਾਇਆ ਹੈਗਾ। ਉਹਨਾਂ ਨੇ ਆਪਣੇ ਢੰਗ ਨਾਲ ਸੋਚਿਆ, ਉਹ ਕੋਈ ਸਾਇੰਸਦਾਨ ਤਾਂ ਹੈ ਨਹੀਂ ਸੀਗੇ। ਅਤੇ ਜੇ ਗੁਰਬਾਣੀ ਦੇ ਵਿੱਚ ਇਹ ਲਾਈਨਾਂ ਆਉਂਦੀਆਂ ਤਾਂ ਗੁਰੂ ਨਾਨਕ ਵੀ ਇਹਨਾਂ ਚੀਜ਼ਾਂ ਨੂੰ ਮੰਨਦਾ ਸੀਗਾ, ਜਾਂ ਗੁਰੂ ਨਾਨਕ ਨੇ ਇਹ ਚੀਜ਼ਾਂ ਦਿੱਤੀਆਂ ਨੇ, ਉਹਨਾਂ ਨੇ ਸੋਚੀਆਂ ਸੀਗੀਆਂ, ਅਤੇ ਉਹਨਾਂ ਨੇ ਵੀ ਬ੍ਰਹਮੰਡ ਹੀ ਸੋਚਿਆ ਸੀਗਾ। ਇੱਕੋ ਜਿਹੜਾ ਏਕਾ ਅਤੇ ਊੜਾ, ਮੈਂ ਇਹਨੂੰ ਇੱਕੋ ਪੜ੍ਹਦਾ, ਇਹ 'ਚ ਓਂਕਾਰ ਨਹੀਂ ਲਿਆਉਂਦਾ। ਬਹੁਤ ਲੋਕ ਲਿਆਉਂਦੇ ਨੇ, ਉਹ ਧਾਰਮਿਕਤਾ ਤੌਰ 'ਤੇ ਲੈ ਆਉਂਦੇ ਨੇ, ਪਰ ਮੈਂ ਉਹ ਇੱਕੋ ਦਾ ਮਤਲਬ ਹੈ ਕਿ ਸਾਰਾ ਕੁਛ, ਸਾਰਾ ਇੱਕ ਯੂਨਿਟ ਹੈ। ਜੋ ਵੀ ਕੁਛ ਹੈ, ਜਿਹਨੂੰ ਤੁਸੀਂ ਕੁਦਰਤ ਦੀ ਗੱਲ ਕੀਤੀ ਸੀ, ਉਹਨੂੰ ਕੁਦਰਤ ਕਹਿ ਲਓ, ਬ੍ਰਹਮੰਡ ਕਹਿ ਲਓ, ਬ੍ਰਹਮੰਡੀ ਨਿਯਮ ਤੰਤਰ ਕਹਿ ਲਓ, ਸਾਰਾ ਸਿਸਟਮ ਜਿਹੜਾ ਹੈਗਾ ਨਾ, ਉਹ ਇੱਕ ਸਿਸਟਮ ਹੈ। ਜਿੱਦਾਂ ਤੁਹਾਡਾ ਸਰੀਰ ਇੱਕ ਸਿਸਟਮ ਹੈ, ਉਹਦੇ 'ਚ ਠੀਕ ਹੈ, ਅੱਗੇ ਅੱਖਾਂ ਵੀ ਆ, ਕੰਨ ਵੀ ਆ, ਨੱਕ ਵੀ ਆ, ਪੈਰ ਵੀ ਆ, ਹੱਡੀਆਂ ਵੀ ਆ, ਸਾਰਾ ਕੁਛ, ਖੂਨ ਵੀ ਆ, ਹਾਰਟ ਵੀ ਹੈਗਾ, ਸਭ ਕੁਛ ਹੈ। ਬਟ ਇਟ ਇਜ਼ 1 ਯੂਨਿਟ, ਇੱਕ ਯੂਨਿਟ ਹੈ। ਸਾਰਾ ਬ੍ਰਹਮੰਡ ਇੱਕ ਯੂਨਿਟ ਹੈ। ਉਹਨੂੰ ਭਾਵੇਂ ਪ੍ਰਮਾਤਮਾ ਕਹਿ ਲਓ, ਉਹਨੂੰ ਭਾਵੇਂ ਈਸ਼ਵਰ ਕਹਿ ਲਓ, ਭਾਵੇਂ ਉਸਨੂੰ ਰੱਬ ਕਹਿ ਲਓ, ਉਹਨੂੰ ਜਾਂ ਰਾਮ ਕਹਿ ਲਓ, ਜੋ ਮਰਜ਼ੀ ਕਹੀ ਜਾਓ, ਜੋ ਗੁਰਬਾਣੀ ਚਾਹੁੰਦੇ, ਪਰ ਹੈਗਾ ਉਹ ਬ੍ਰਹਮੰਡੀ ਨਿਯਮ ਤੰਤਰ ਹੈ। ਉਹ ਇੱਕੋ ਹੀ ਹੈ। 4000 ਨਹੀਂ ਹੋ ਸਕਦੇ, ਉਹ ਇੱਕੋ ਹੀ ਹੋਏਗਾ। ਅਤੇ ਉਹਦੀ ਗੱਲ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ। ਅਤੇ ਇਹਦਾ ਮਤਲਬ ਵੀ ਜਿਹੜਾ ਟਰੈਡੀਸ਼ਨਲ ਪਰੰਪਰਾਗਤ ਰੱਬ ਸੀਗਾ ਜਾਂ ਪ੍ਰਮਾਤਮਾ, ਗੁਰਬਾਣੀ ਉਹਨੂੰ ਨਹੀਂ ਮੰਨਦੀ, ਬ੍ਰਹਮੰਡ ਨੂੰ ਮੰਨਦੀ ਹੈ। ਮੇਰਾ ਆਖਰੀ ਸਵਾਲ ਜੀ, ਜਿਵੇਂ ਆਪਾਂ ਰੱਬ ਦੀ ਗੱਲ ਵੀ ਕੀਤੀ, ਜ਼ਿੰਦਗੀ ਦੀ ਗੱਲ ਵੀ ਕੀਤੀ, ਇਹਨਾਂ ਸਾਰੀਆਂ ਚੀਜ਼ਾਂ ਨਾਲ ਜੁੜੀ ਮੌਤ ਵੀ ਹੈ ਜੀ। ਇਹ ਮੌਤ ਬਾਰੇ ਵੀ ਇਹ ਭੰਬਲ ਪੁੱਛ ਸਕੇ, ਮਰ ਕੇ ਬੰਦਾ ਕਿੱਥੇ ਜਾਂਦਾ? ਕੋਈ ਕਹਿੰਦਾ ਆਤਮਾ ਬਣ ਕੇ ਤਾਂ ਉੱਡ ਜਾਂਦਾ, ਥੋੜ੍ਹੀ ਜਿਹੀ ਸ਼ਾਇਦ ਗੱਲ ਆਈ ਵੀ ਆ, ਹੈ ਨਾ। ਤਾਂ ਇਹਦੇ 'ਤੇ ਆਪਾਂ 2 ਮਿੰਟ ਹੋਰ ਲਾਵਾਂਗੇ ਜੀ, ਵੀ ਮਰ ਕੇ ਬੰਦਾ ਕਿੱਥੇ ਜਾਂਦਾ, ਕਿੱਥੇ ਜਾਂਦਾ ਉਹ ਮੈਟਰ ਸਾਰਾ, ਬੰਦਾ ਆਪਣੀ ਬੋਡੀ, ਹੈ ਨਾ। ਉਹਦੇ ਵਾਸਤੇ ਨਾ ਜਿਹੜੀ ਗੁਰਬਾਣੀ ਉਹ ਤਾਂ ਬੜੀ ਸਪਸ਼ਟ ਹੈ, ਪਰ ਉਹਨੂੰ ਗੁਰਬਾਣੀ ਨੂੰ ਸਮਝਿਆ ਨਹੀਂ ਜਾਂਦਾ। ਇਹ ਪੱਖ ਵੀ ਨਹੀਂ ਸਮਝਿਆ ਜਾਂਦਾ। ਜਿਵੇਂ ਰੱਬ ਦੀ ਆਪਾਂ ਗੱਲ ਕੀਤੀ ਨਾ, ਉਹਨੂੰ ਦੂਜੇ ਪਾਸੇ ਲਿਜਾਇਆ ਜਾਂਦਾ। ਉਹਦੇ ਕਈ ਕਾਰਨ ਨੇ, ਉਹ ਇੱਥੇ ਥੋੜ੍ਹੇ ਸਮੇਂ 'ਚ ਡਿਸਕਸ ਨਹੀਂ ਕੀਤੇ ਜਾ ਸਕਦੇ। ਹੁਣ ਮਰਨ ਤੋਂ ਬਾਅਦ ਕਿੱਥੇ ਜਾਂਦਾ? ਜਿਹੜੀ ਸਾਇੰਸ ਹੈ ਨਾ, ਉਹ ਇਹ ਕਹਿੰਦੇ ਹੈ ਕਿ ਜੋ ਮੈਟਰ ਕਿਤੇ ਵੀ ਨਹੀਂ ਜਾਂਦਾ, ਉਹ ਇੱਥੇ ਦਾ ਇੱਥੇ ਹੀ ਰਹਿੰਦਾ, ਉਹ ਹੋਰ ਕਿਤੇ ਨਹੀਂ ਜਾਂਦਾ। ਉਹਦੀ ਸ਼ੇਪ ਬਦਲਦੀ ਹੈ। ਜੇ ਸਾਡਾ ਸਰੀਰ ਹੈ ਨਾ, ਗੁਰਬਾਣੀ ਦੇ ਅਨੁਸਾਰ ਮੈਂ ਕਹਾਂ ਅਤੇ ਸਾਇੰਸ ਦੇ ਅਨੁਸਾਰ ਵੀ, ਦੋਨੋਂ ਸੇਮ ਚੀਜ਼ ਨੂੰ ਮੰਨਦੇ ਕਿ ਜਿਹੜੀ ਇੱਕ ਤਾਂ ਆਤਮਾ ਨੂੰ ਤਾਂ ਖੈਰ ਸਾਇੰਸ ਵੀ ਨਹੀਂ ਮੰਨਦੀ ਅਤੇ ਗੁਰਬਾਣੀ ਵੀ ਨਹੀਂ ਮੰਨਦੀ। ਮੈਂ ਇਹਦੇ ਬਾਰੇ ਖੋਜ ਕੀਤੀ ਹੈ, ਜਾਂ ਮੈਂ ਦਾਅਵੇ ਨਾਲ ਕਹਿ ਸਕਦਾ, ਆਤਮਾ ਤਾਂ ਕੋਈ ਹੁੰਦੀ ਨਹੀਂ ਹੈ। ਆਤਮਾ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਕਹਿੰਦੀ ਵੀ ਸਾਡਾ ਸਿਰਫ ਸਰੀਰ ਹੀ ਹੈਗਾ। ਗੁਰਬਾਣੀ ਆਤਮਾ ਨੂੰ ਨਹੀਂ ਮੰਨਦੀ। ਮੈਂ ਤਾਂ ਰਿਪੀਟ ਕਰ ਰਿਹਾ ਮਤਲਬ ਇਹ ਗੱਲ ਨੂੰ। ਹਾਲਾਂਕਿ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ, ਉਹ ਕਿਸੇ ਦੀ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ, ਕਹਿੰਦੇ ਜੀ ਇਹਦੀ ਆਤਮਾ ਨੂੰ ਗੁਰੂ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਅਸੀਂ ਅਰਦਾਸ ਕਰਦੇ ਹਾਂ।
ਤੇ ਰੱਬ ਦੇ ਚਰਨਾਂ ਦੇ ਵਿੱਚ ਜਾਂ ਪ੍ਰਭੂ ਦੇ ਚਰਨਾਂ ਦੇ ਵਿੱਚ ਨਿਵਾਸ ਹੈ। ਉਹ ਇਹ ਸਾਰਾ ਕੁਝ ਵਿਦਾਂਤ ਦਾ ਜਾਂ ਸਮਝ ਲਓ ਵੀ ਬ੍ਰਹਮਣਵਾਦ ਦਾ ਉਹ ਹੈਗਾ, ਉਹ ਅਸਰ ਇਹਦੇ ਵਿੱਚ ਗੁਰਬਾਣੀ ਦੇ ਇੰਟਰਪ੍ਰੀਟੇਸ਼ਨ 'ਚ ਆਇਆ ਹੋਇਆ। ਤੁਹਾਡਾ ਸਵਾਲ ਜਨਰਲ ਹੈਗਾ ਵੀ ਇੱਕ ਆਮ ਅਸੀਂ ਵੇਖਿਆ ਜਾਏ ਤੇ ਵੀ ਇਹ ਕਿੱਥੇ ਜਾਂਦਾ ਹੈ। ਸਾਇੰਸ ਦੇ ਅਨੁਸਾਰ ਇਹ ਕਿਤੇ ਵੀ ਨਹੀਂ ਜਾਂਦਾ, ਇਹ ਸਿਰਫ ਰੂਪ ਬਦਲਦਾ। ਤੇ ਜਿਹੜੀ ਚੀਜ਼ ਇੱਥੇ ਹੈਗੀ ਉਹ ਇੱਥੇ ਰਹਿੰਦੀ ਹੈ। ਤੇ ਉਹਨੇ ਪਹਿਲੀ ਗੱਲ ਹੈ ਕਿ ਉਸ ਹਰ ਚੀਜ਼ ਨੇ ਖਤਮ ਹੋ ਜਾਣਾ। ਜੋ ਚੀਜ਼ ਬਣੀ ਹੈ ਉਸਨੇ ਖਤਮ ਜ਼ਰੂਰ ਨੇ। ਗੁਰਬਾਣੀ ਵਿੱਚ ਜੋ ਉਪਜਿਓ ਸੋ ਬਿਨਸ ਹੈ, ਜੋ ਵੀ ਕੁਛ ਉਪਜਦਾ ਹੈ, ਜੋ ਵੀ ਕੁਛ ਬਣਦਾ ਹੈ, ਉਹਨੇ ਖਤਮ ਵੀ ਜ਼ਰੂਰ ਹੋਣਾ। ਹੁਣ ਅਗਲਾ ਸਵਾਲ ਤੁਹਾਡਾ ਆ ਗਿਆ ਕਿ ਉਹਨੇ ਕਿੱਥੇ ਜਾਣਾ, ਕਿੱਥੇ ਜਾਂਦਾ। ਜਾਂਦਾ ਨਹੀਂ ਹੈ, ਉਹ ਆਪਣਾ ਰੂਪ ਬਦਲਦਾ। ਰੂਪ ਬਦਲਣ ਦਾ ਮਤਲਬ ਸਾਇੰਸਦਾਨ ਇਹ ਕਹਿੰਦੇ ਕਿ ਜਿਹੜਾ ਇਹ ਬ੍ਰਹਿਮੰਡ ਬਣਿਆ ਹੋਇਆ ਨਾ, ਜਿਹੜਾ ਬਿਗ ਬੈਂਗ ਤੋਂ ਸ਼ੁਰੂ ਹੋਇਆ, ਇਹਨੇ ਵੀ ਕਿਸੇ ਦਿਨ ਖਤਮ ਹੋ ਜਾਣਾ। ਇਹ ਐਕਸਪੈਂਡ ਕਰ ਰਿਹਾ, ਐਕਸਪੈਂਡ ਕਰਦੇ ਕਰਦੇ ਨੇ ਅਖੀਰ ਜਾ ਕੇ ਇਸ ਨੇ ਖਤਮ ਹੋ ਜਾਣਾ। ਉਹਦੇ ਵਾਸਤੇ ਅਰਬਾਂ ਖਰਬਾਂ ਜਾਂ ਪਤਾ ਨਹੀਂ ਕਿੰਨਾ ਸਾਲ ਲੱਗ ਜਾਣਗੇ। ਉਸ ਦੇ ਵਿੱਚ ਉਤਪਤੀ ਤੋਂ ਲੈ ਕੇ ਵੀ ਅਰਬਾਂ ਖਰਬਾਂ ਸਾਲ ਲੱਗੇ ਨੇ, ਤੇ ਹੁਣ ਗਾਂ ਵੀ ਅੱਗੇ ਤੇ ਉਹਦੇ ਖਾਤਮੇ 'ਤੇ ਵੀ ਬਣਨਗੇ। ਉਹਦੇ ਬਾਅਦ ਇੱਕ ਨਵਾਂ ਵਰਸ ਜਿਹੜਾ ਯੂਨੀਵਰਸ ਫੇਰ ਬਣੇਗਾ। ਇੱਦਾਂ ਜਿਹੜਾ ਸਾਡਾ ਸਰੀਰ ਹੈ ਜਾਂ ਕੋਈ ਹੋਰ ਵੀ ਆਬਜੈਕਟ ਹੈ ਸਾਡੇ ਸਾਹਮਣੇ ਨਜ਼ਰ ਆਉਂਦਾ, ਜਿਹਦੇ ਬਾਰੇ ਅਸੀਂ ਸੋਚਦੇ ਵੀ ਪਤਾ ਨਹੀਂ ਕਿੱਥੇ ਚਲੇ ਜਾਂਦਾ ਹੋਵੇਗਾ, ਗੁਰਬਾਣੀ ਕਹਿੰਦੇ ਆ ਵੀ ਇਹ ਕਿਤੇ ਨਹੀਂ ਜਾਂਦਾ। ਗੁਰਬਾਣੀ ਵੀ ਇਹ ਇਸੇ ਗੱਲ ਨੂੰ ਵੀ ਪ੍ਰੋੜਤਾ ਕਰਦੀ ਹੈ ਸਾਇੰਸ ਵਾਲੇ ਨੂੰ, ਵੀ ਇਹ ਆਪਣਾ ਪੰਜਾਂ ਤੱਤਾਂ ਦੇ ਵਿੱਚੋਂ ਇਹ ਪੈਦਾ ਹੋਇਆ। ਫਰਜ਼ ਕਰੋ ਜੋ ਮੇਰਾ ਸਰੀਰ ਹੈ, ਪੰਜਾਂ ਤੱਤਾਂ ਵਿੱਚੋਂ ਪੈਦਾ ਹੋਇਆ, ਪੰਜਾਂ ਤੱਤਾਂ ਦੇ ਵਿੱਚ ਇਹਨੇ ਸਮਾ ਜਾਣਾ। ਉਦੋਂ ਬਾਅਦ ਇਹਦੀ ਕੋਈ ਲਾਈਫ ਨਹੀਂ ਹੈ, ਨਾ ਇਸ ਸਾਡੀ ਪਹਿਲਾਂ ਕੋਈ ਜ਼ਿੰਦਗੀ ਸੀਗੀ, ਨਾ ਮਰਨ ਤੋਂ ਬਾਅਦ ਕੋਈ ਜ਼ਿੰਦਗੀ ਹੈ, ਕਿਉਂਕਿ ਆਤਮਾ ਹੀ ਨਹੀਂ ਹੁੰਦੀ। ਇਹ ਜਿਹੜਾ ਪੁਨਰ ਜਨਮ ਹੈ, ਇਹਨੂੰ ਆਤਮਾ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਜਿਹੜੇ ਲੋਕ ਤਾਂ ਆਤਮਾ 'ਚ ਵਿਸ਼ਵਾਸ ਕਰਦੇ ਨੇ, ਉਹ ਤਾਂ ਪੁਨਰ ਜਨਮ 'ਚ ਵਿਸ਼ਵਾਸ ਕਰ ਲੈਣਗੇ। ਪਰ ਗੁਰਬਾਣੀ ਆਤਮਾ ਨੂੰ ਕਿਤੇ ਵੀ ਆਤਮਾ ਦੀ ਗੱਲ ਨਹੀਂ ਕੀਤੀ ਗਈ। ਜਿੱਥੇ ਜਿਹੜਾ ਆਤਮਾ ਸ਼ਬਦ ਵਿੱਚ ਆਇਆ, ਉਹ ਮਨੁੱਖੀ ਸਵੈ ਵਾਸਤੇ ਆਇਆ। ਮਨੁੱਖੀ ਸਰੀਰ, ਤੇ ਸਰੀਰ ਦੇ ਅੰਦਰ ਸਾਡਾ ਮਨ ਹੈ, ਸਾਡੀ ਸੋਚ ਹੈ, ਸਾਡੀ ਭਾਵਨਾਵਾਂ ਹੈ। ਉਹ ਸਿਰਫ ਇਹਦੀ ਗੱਲ ਕੀਤੀ ਗਈ ਗੁਰਬਾਣੀ ਦੇ ਵਿੱਚ। ਆਤਮਾ ਦੀ ਜਿਹੜੀ ਉਹ ਸੋਲ ਹੈ ਜਾਂ ਜਿਹੜੀ ਰੂਹ ਹੈ, ਉਹਨੂੰ ਗੁਰਬਾਣੀ ਨਹੀਂ ਮੰਨਦੀ। ਤੇ ਗੁਰਬਾਣੀ ਦਾ ਇਹੀ ਹੈਗਾ ਕਿ ਪੰਜ ਤੱਤਾਂ ਦੇ ਵਿੱਚ ਨਾ ਕੋਈ ਬੰਦਾ ਮਰਦਾ, ਨਾ ਕੋਈ ਆਇਆ, ਨਾ ਕੋਈ ਜਾਇਆ। ਇਹ ਸਿਰਫ ਰੂਪ ਬਦਲਦਾ। ਅਸੀਂ ਸ਼ੇਪ ਲਈ ਹੈਗੇ ਜਨਮ ਤੋਂ ਬਾਅਦ, ਪੰਜਾਂ ਤੱਤਾਂ 'ਚੋਂ ਅਸੀਂ ਬਣੇ ਆ, ਸਾਡਾ ਸਰੀਰ ਬਣਿਆ ਤੇ ਸਾਡੀ ਸਾਰੀ ਹੋਂਦ ਬਣੀ, ਉਹਦੇ ਵਿੱਚ ਜਾ ਕੇ ਸਮਾ ਜਾਣਾ। ਜੇ ਅਸੀਂ ਸਾਇੰਸ ਦੇ ਮਗਰ ਜਾਣਾ ਹੋਵੇ ਜਾਂ ਗੁਰਬਾਣੀ ਦੇ ਮਗਰ ਜਾਣਾ ਹੋਵੇ, ਤੇ ਮੌਤ ਨੂੰ ਮੌਤ ਨਹੀਂ ਸਮਝਣਾ ਚਾਹੀਦਾ, ਸਿਰਫ ਅਸੀਂ ਸ਼ੇਪ ਬਦਲਦੇ ਹਾਂ। ਹੁਣ ਜਿਹੜੀ ਹੈਗਾ ਹਿੰਦੂ ਮਤ ਹੈਗਾ, ਜਿਹੜਾ ਬ੍ਰਾਹਮਣਵਾਦ ਦਾ ਵਿਦਾਂਤ ਜਿਹਨੂੰ ਅਸੀਂ ਕਹਿੰਦੇ, ਉਹ ਕਹਿੰਦੇ ਵੀ ਆਤਮਾ ਅਮਰ ਹੈ, ਆਤਮਾ ਨਹੀਂ ਮਰਦੀ, ਸਰੀਰ ਨਾਸ਼ਵਾਨ ਹੈ। ਗੁਰਬਾਣੀ ਕਹਿੰਦੇ ਵੀ ਆਤਮਾ ਹੁੰਦੀ ਹੀ ਨਹੀਂ ਹੈ ਤੇ ਸਰੀਰ ਨਾਸ਼ਵਾਨ ਨਹੀਂ ਹੈ, ਰੂਪ ਹੀ ਬਦਲਦਾ। ਇਹ ਫਰਕ ਹੈ, ਸਾਨੂੰ ਫਰਕ ਸਮਝਣਾ ਚਾਹੀਦਾ ਕਿ ਗੁਰਬਾਣੀ ਦਾ ਫਲਸਫਾ ਇਹ ਕਹਿ ਰਿਹਾ, ਮੈਂ ਇਹਨੂੰ ਰਿਪੀਟ ਕਰ ਦਿੰਦਾ, ਕਿ ਜੇ ਅਸੀਂ ਵਿਦਾਂਤ ਲਈਏ ਜਾਂ ਬ੍ਰਾਹਮਣਵਾਦ ਲਈਏ, ਤਾਂ ਉਹ ਕਹਿੰਦਾ ਹੈਗਾ ਕਿ ਆਤਮਾ ਅਮਰ ਹੈ ਤੇ ਸਰੀਰ ਨਾਸ਼ਵਾਨ ਹੈ। ਗੁਰਬਾਣੀ ਕਹਿੰਦੀ ਹੈ ਕਿ ਆਤਮਾ ਹੁੰਦੀ ਹੀ ਨਹੀਂ ਤੇ ਸਰੀਰ ਨਾਸ਼ਵਾਨ ਨਹੀਂ ਹੈ, ਕਿਉਂਕਿ ਇਹ ਰੂਪ ਬਦਲਦਾ ਹੈ। ਪੰਜਾਂ ਤੱਤਾਂ 'ਚੋਂ ਆਇਆ ਸੀ, ਪੰਜਾਂ ਤੱਤਾਂ 'ਚ ਇਹਨੇ ਸਮਾ ਜਾਣਾ। ਉਹਨਾਂ ਪੰਜਾਂ ਤੱਤਾਂ 'ਚੋਂ ਮੁੜ ਕੇ ਅਗਲੀ ਲਾਈਫ ਜਿਹੜੀ ਹੋਰ ਵੀ ਸ਼ੁਰੂ ਹੋਏਗੀ ਕਿਸੇ ਨਾ ਕਿਸੇ ਢੰਗ ਦੇ ਨਾਲ। ਲਾਈਫ ਤਾਂ ਜ਼ਿੰਦਗੀ ਜਿਹੜੀ ਬ੍ਰਹਿਮੰਡ, ਇਹ ਤਾਂ ਅੱਗੇ ਚੱਲਦਾ ਹੀ ਜਾ ਰਿਹਾ ਹੈਗਾ। ਉਤਪਤੀ ਹੁੰਦੀ ਰਹਿੰਦੀ ਹੈ, ਉਤਪਤੀ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਹੁੰਦੀ ਹੈ ਤੇ ਖਤਮ ਹੋ ਜਾਂਦੀ ਹੈ। ਪਰ ਸਾਰਾ ਬ੍ਰਹਿਮੰਡ ਖਤਮ ਨਹੀਂ ਹੁੰਦਾ, ਸ਼ੇਪ ਬਦਲਦਾ। ਜੇ ਕੱਲ੍ਹ ਨੂੰ ਅਸੀਂ ਕਹਿੰਦੇ ਹਾਂ ਵੀ ਕੱਲ੍ਹ ਨੂੰ ਇਹ ਬ੍ਰਹਿਮੰਡ ਨੇ ਵੀ ਖਤਮ ਹੋ ਜਾਣਾ, ਖਤਮ ਨਹੀਂ ਹੋਣਾ, ਇਹਨੇ ਵੀ ਆਪਣੀ ਸ਼ੇਪ ਬਦਲਣੀ ਹੈ। ਦੁਬਾਰਾ ਰੀਕ੍ਰੀਏਟ ਹੋਏਗਾ, ਦੁਬਾਰਾ ਪੈਦਾ ਹੋਏਗਾ, ਆਪਣੇ ਨਵੇਂ ਰੂਪ ਦੇ ਵਿੱਚ ਪੈਦਾ ਹੋਏਗਾ। ਮੇਰਾ ਮਨ ਸੀਗਾ ਕਿ ਜਿੰਨੇ ਵੀ ਅੱਜ ਸਵਾਲ ਆਉਂਦੇ ਆ ਪੁੱਛੀ ਜਾਵਾਂ, ਪਰ ਮੈਨੂੰ ਲੱਗਦਾ ਸਮਾਂ ਜ਼ਿਆਦਾ ਲੱਗ ਜਾਣਾ ਜੀ। ਹਾਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਆਪਾਂ ਗੱਲ ਕੀਤੀ ਆ ਰੱਬ ਬਾਰੇ, ਗੁਰਬਾਣੀ ਬਾਰੇ, ਜ਼ਿੰਦਗੀ ਬਾਰੇ, ਮੌਤ ਬਾਰੇ। ਤਾਂ ਮਨ 'ਚ ਸਵਾਲ ਤੁਹਾਡੇ ਵੀ ਆਏ ਹੋਣਗੇ, ਬਹੁਤ ਸਾਰੇ ਸਵਾਲ ਹੋਣਗੇ। ਤਾਂ ਤੁਸੀਂ ਉਹ ਸਵਾਲ ਵੀ ਕਰ ਸਕਦੇ ਹੋ, ਕਮੈਂਟ ਦੇ ਵਿੱਚ ਲਿਖ ਸਕਦੇ ਹੋ, ਤੁਸੀਂ ਕੀ ਵਿਚਾਰ ਰੱਖਦੇ ਹੋ। ਤਾਂ ਅੱਗੇ ਤੋਂ ਵੀ ਇਹੋ ਜਿਹਾ ਸੰਵਾਦ ਜ਼ਰੂਰ ਹੋਣਾ ਚਾਹੀਦਾ। ਰੱਬ ਨੂੰ ਮੰਨਣ ਵਾਲੇ ਵੀ ਤੇ ਰੱਬ ਨੂੰ ਨਾ ਮੰਨਣ ਵਾਲੇ ਵੀ। ਲੜਨ ਨਾਲੋਂ ਚੰਗਾ ਕਿ ਸੰਵਾਦ ਹੋਵੇ, ਜਿਵੇਂ ਇਹਨਾਂ ਨੇ ਗੱਲ ਕੀਤੀ ਆ। ਤਾਂ ਇਹ ਗੱਲ ਨੂੰ ਅੱਗੇ ਵਧਾਉਣਾ ਚਾਹੀਦਾ, ਉਹ ਗੱਲ ਨੂੰ ਅੱਗੇ ਤੁਸੀਂ ਲਿਜਾ ਸਕਦੇ ਹੋ। ਤਾਂ ਅੱਜ ਦੀ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਣਾ। ਜੁੜੇ ਰਹੋ ਦੁਨੀਆ ਦੇ ਨਾਲ।